ਅੱਜ ਸਾਡੇ ਦਰਮਿਆਨ ਸਾਡੇ ਦੋ अपना बाहर की टीमां भी आईयां ने, असीं उन्हां दा भी इत्थे निघा स्वागत करते हैं। सब तो पहला मैं नवनीत जी का स्वागत करूँगा जो कि साडे अपना अपना बंधन बैंक तो आए ने। उन्होंने अपनी कुछ गल्लां रखनियां ने ते वो थोड़े सम्मुख होणगे। मैं उन्होंने भी टाइम देना चाहूँगा, वो अपनी गलबात रख के उस तो बाद अपना एक मैक्स हॉस्पिटल तो भी साडे कोल टीम आई है, उन्होंने भी अपनी कोई गलबात करनी है। 29 सितंबर नूं वर्ल्ड हार्ट डे हैगा, वर्ल्ड हार्ट डे सैलीब्रेट करन जा रहे हैं और खास तौर पर NFL वास्ते अपना मैक्स हॉस्पिटल ने प्रोग्राम आयोजित किया है। तो मैं उस टीम का भी इत्थे स्वागत करता ते उन्होंने भी आपां टाइम देवांगे डिस्कस कर देना। साडे जिहड़े सेविंग दे रेट्स ने सर 10 ਲੱਖ ਤੋਂ ਥੱਲੇ ਆਪਾਂ 6% ਦਾ ਵਿਆਜ ਦਿੰਦੇ ਆ जी, और 10 ਲੱਖ ਤੋਂ ਉੱਤੇ ਆਪਣਾ 10-25 ਦਾ 6-25 ਦਾ ਵਿਆਜ ਹੈ। 10 ਲੱਖ ਤੋਂ ਥੱਲੇ 6% ਦਾ ਵਿਆਜ ਹੈ और 10 ਲੱਖ ਤੋਂ ਉੱਤੇ 6-25 ਦਾ ਵਿਆਜ ਖੁੱਲੇ ਚ ਹੈ ਜੀ। ਇਹਦਾ ਆਪਾਂ ਇੱਕ ਪੋਸਟਰ ਛੋਟਾ ਜਿਹਾ ਤੇ ਲਾਇਆ ਹੋਇਆ, ਤੁਸੀਂ ਇੱਥੇ ਦੇਖ ਲਓਗੇ ਤੇ ਆਪਾਂ ਜਿਹੜੇ ਰੇਟਸ ਨੇ ਇੱਕ ਖੁੱਲੇ ਵਿਆਜ ਵਿੱਚ ਹਨ। और ਜਿਹੜੇ FD ਦੇ ਮੇਨ ਰੇਟਸ ਨੇ ਆਪਣਾ 7% ਨਾਰਮਲ ਹੈ ਜੀ, और ਸੀਨੀਅਰ ਸਿਟੀਜ਼ਨ 0.50 ਐਕਸਟਰਾ 7.5%। कई साडे बजुर्ग इत्थे बैठे होंगे वो घट रेट से आपकी FD बुक करा के बैठे हैं। तो मेरी उन्होंने तो एक रिक्वेस्ट है जी कि तुसी छोटा जा अपना जिहड़ा एक सेविंग अकाउंट साडे इत्थे जीरो बैलेंस अकाउंट्स भी खुल जाते हैं। तो एवें दा कुछ नहीं है कि तुसी उत्थे कुछ बहुत ही वड्डी अमाउंट मेनटेन करनी है। एक हार्डली छोटी मोटी अमाउंट 1000 2000 2500 जिहड़ा तुसी रखना होवे तुसी रख सकते हो। बाकी तुसी FD भी बना सकते हो। जे तुसी खुले च भी रखते हो तो तुहानूं ब्याज तुहानूं उत्थे 6% का ब्याज आऊगा जी। ਤੇ ਆਪਣਾ ਤੇ ਬੇਸਿਕਲੀ FD ਰੇਟਸ ਕਰਕੇ ਮੈਂ ਸਾਨੂੰ ਕਿਹਾ ਸੀਗਾ ਸਰ ਇੱਕ ਰਿਕੁਐਸਟ ਸੀ ਕਿ ਇਹਨਾਂ ਨੇ ਸਾਡੀ ਰਿਕੁਐਸਟ ਪ੍ਰਵਾਨ ਕੀਤੀ ਹੈ। ਤੇ ਮੈਂ ਬਹੁਤ ਧੰਨਵਾਦ ਹਾਂ ਤੁਹਾਡੇ ਸਾਰਿਆਂ ਦਾ, ਔਰ ਜਿੰਨੇ ਵੀ ਮੈਂਬਰਾਂਸ ਨੇ ਇੱਥੇ ਐਗਜ਼ੀਕਿਊਟਿਵ ਪਾਰਟੀ ਜਿਹੜੀ ਵੀ ਬੈਠੀ ਹੈ ਨਾ, ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ, ਸਾਨੂੰ ਮੌਕਾ ਮਿਲਿਆ ਇੱਥੇ ਆ ਕੇ ਦੱਸਣ ਦਾ। ਤੇ ਇੱਕ ਚੀਜ਼ ਮੈਂ ਹੋਰ ਅਨਾਉਂਸਮੈਂਟ ਛੋਟੀ ਜਿਹੀ ਕਰ ਦੂੰਗਾ ਜੀ। ਇੱਥੇ ਸਾਡੇ ਕੈਂਪਸ ਵੀ ਲੱਗਦੇ ਆ, ਜਿਵੇਂ ਕਿ ਆਈ ਚੈੱਕ ਕੈਂਪ ਲਗਾਉਂਦੇ ਆ ਅਸੀਂ। ਤੇ ਇਸ ਵਾਸਤੇ ਸਾਨੂੰ ਥੋੜਾ ਜਿਹਾ ਸ਼ਾਰਟ ਪੀਰੀਅਡ ਵਿੱਚ ਹੀ ਸਾਨੂੰ ਪਤਾ ਲੱਗਿਆ ਤੇ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਨੈਕਸਟ ਟਾਈਮ ਜਿਹੜੇ ਵੀ ਤੁਹਾਡਾ ਹੋਏਗਾ ਤੇ ਆਪਾਂ ਇਹਨਾਂ ਕੋਲੋਂ ਕੋਈ ਹਫਤੇ ਪਹਿਲੇ ਦਾ ਟਾਈਮ ਇੱਕ ਲੈ ਲਾਂਗੇ ਤੇ ਅਸੀਂ ਸਾਰਾ ਕੁਝ ਅਰੇਂਜ ਕਰਾ ਦਾਂਗੇ। ਉਹ ਸੀਨੀਅਰ ਸਿਟੀਜ਼ਨ ਅਸੀਂ ਆਪਣੀ ਤਰਫੋਂ ਬੈਂਕ ਦੀ ਤਰਫੋਂ ਆਈ ਚੈੱਕਅਪ ਕੈਂਪ ਲਗਵਾਵਾਂਗੇ ਸਰ। ਤੇ ਇਹ ਸਾਡੇ ਤਰਫੋਂ ਤੁਹਾਨੂੰ ਇੱਕ ਫ੍ਰੀ ਆਫ ਕਾਸਟ ਗਿਫਟ ਹੋਏਗਾ ਜੀ। ਤੇ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੱਧ ਤੋਂ ਵੱਧ ਤੁਹਾਡੇ ਸਾਡੇ ਬਜ਼ੁਰਗ ਜਿਹੜੇ ਉੱਥੇ ਆ ਕੇ ਆਪਣੀਆਂ ਜੋ ਵੀ ਤਕਲੀਫਾਂ ਈਵਨ ਆਪਾਂ ਉਹਦੇ ਵਿੱਚ ਕੁਝ ਮੈਡੀਸਿਨਸ ਇਦਾਂ ਦੀਆਂ ਹੁੰਦੀਆਂ ਆਪਾਂ ਫ੍ਰੀ ਆਫ ਕਾਸਟ ਵੀ ਕਰਨੇ ਆ। ਤੇ ਤੁਸੀਂ ਸਿਰਫ ਆ ਕੇ ਆਪਣੀ ਪ੍ਰੈਜ਼ੈਂਸ ਹੀ ਦਿਓਗੇ। ਤੇ ਮੈਂ ਇੱਕ ਵਾਰ ਗੌਰਵ ਸਰ ਨਾਲ ਬੈਠ ਕੇ ਡਿਟੇਲ ਡਿਸਕਸ ਕਰ ਲਾਂਗਾ ਜੇ ਉੱਤੇ ਜਿਵੇਂ ਮੈਨੂੰ ਗਾਈਡ ਕਰਨਗੇ ਆਪਾਂ ਉਸ ਚੀਜ਼ ਨੂੰ ਦੇਖ ਲਾਂਗੇ। ਬਾਕੀ ਸਰ ਸਾਡੀ ਟੀਮ ਇੱਥੇ ਪ੍ਰੈਜ਼ੈਂਟ ਹੈ ਔਰ ਬਾਹਰ ਵੀ ਬੈਠੇ ਹੈ। ਜਿਹਨੇ ਸੱਜਣ ਚਾਹੁੰਦੇ ਹੈ ਕਿ ਭਾਈ ਸਾਨੂੰ ਥੋੜੀ ਬਰੀਫ ਡਿਟੇਲ ਦਿੱਤੀ ਜਾਵੇ ਉਹ ਪਲੀਜ਼ ਕੰਟੈਕਟ ਕਰ ਸਕਦੇ ਆ। ਵੈਸੇ ਜਿਹੜੀ ਸ਼ੀਟਸ ਤੁਹਾਨੂੰ ਦਿੱਤੀਆਂ ਗਈਆਂ ਉਹਦੇ ਵਿੱਚ ਸਾਰਾ ਕੁਝ ਹੈਗਾ। ਮੇਰਾ ਕੰਟੈਕਟ ਨੰਬਰ ਪਰਸਨਲ ਉਹਦੇ ਵਿੱਚ ਹੈ, ਇਹ ਕੋਈ ਬੈਂਕ ਦਾ ਨੰਬਰ ਨਹੀਂ, ਮੇਰਾ ਆਪ ਦਾ ਨੰਬਰ ਹੈ ਸਰ। ਤੁਸੀਂ ਕਿਸੇ ਵੀ ਟਾਈਮ ਤੁਸੀਂ ਫੋਨ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਰ। ਮੇਰੇ 5 ਮਿੰਟ ਪੂਰੇ ਹੋ ਗਏ। ਥੈਂਕ ਯੂ ਜੀ। थैंक यू नवनीत जी, तुसीं जानकारी दी। मैं हुण इनवाइट करूँगा टाइम वेस्ट ना करते हुए आशू मैडम फ्रॉम मैक्स हॉस्पिटल बठिंडा कि वो भी आन और वर्ल्ड हार्ट डे के उपर जो इन्हों का संदेश है हॉस्पिटल वालों वो थोड़े सम्मुख रखन और जो भी इन्हों के फर्दर जो भी प्रोग्रामिंग हैगी है उस दिन बारे अपना कोई हेल्थ चैकअप कैंप वगैरह हार्ट बारे कोई इन्हों की प्रोग्रामिंग है तो दैट में आल्सो भी अपना डिस्क्लोज एट दिस मोमेंट। डॉक्टर आशू सिंगला फ्रॉम मैनेजमेंट ऑफ मैक्स हॉस्पिटल बठिंडा। सब तो पहले तो मैं गौरव सर का मैनेजमेंट कमेटी का बहुत बहुत धन्यवाद करते हैं कि उन्होंने आपके इतने सोने प्रोग्राम से 2 मिनट मैंने दिते थे। मैं 2 मिनट तो ज़्यादा टाइम थोड़ा नहीं लूँगी। एक मैसेज है मैक्स हॉस्पिटल बठिंडा वालों 29 तरीक को 29 सितंबर दिन वीरवार वर्ल्ड हार्ट डे है, विश्व हृदय दिवस, जिन्हों आप इस बारी थोड़े ग्रुप के नाल मनाना है। ਤੁਹਾਡੇ ਗਰੁੱਪ ਦੇ ਨਾਲ ਮਨਾਉਣਾ ਹੈ ਮਤਲਬ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰ ਰਹੀ ਹਾਂ 29 ਸਤੰਬਰ ਦਿਨ ਵੀਰਵਾਰ ਸਵੇਰੇ 6:30 ਵਜੇ ਮੈਕਸ ਹਸਪੀਟਲ ਬਠਿੰਡਾ, ਜਿਹਦੇ ਵਿੱਚ ਸਾਡੇ ਜਿਹੜੇ ਕਾਰਡੀਓਲੋਜਿਸਟ ਆਪਾਂ ਜਾਣਦੇ ਆ ਉਹਨਾਂ ਨੂੰ ਡਾਕਟਰ ਲੋਹਿਤ ਮੋਦੀ ਉਹ ਆਪਣੇ ਨਾਲ ਕਿਵੇਂ ਆਪਾਂ ਇਸ ਉਮਰ ਦੇ ਵਿੱਚ ਆਪਣੇ ਦਿਲ ਨੂੰ ਹੋਰ ਹੈਲਦੀ ਬਣਾ ਕੇ ਰੱਖ ਸਕਦੇ ਹਾਂ
ਉਹਦੇ ਤੇ ਗੱਲਬਾਤ ਕਰਾਂਗੇ ਆਪਾਂ। ਕੁਝ ਹੈਲਥ ਦੇ ਉੱਪਰ ਸੈਸ਼ਨ ਰਹੂਗਾ, ਐਕਸਰਸਾਈਜ਼ ਸੈਸ਼ਨ ਰਹੂਗਾ। ਇੱਕ ਵਾਕੇਥੋਨ ਹੈ ਜਿਹੜੀ ਮੈਕਸ ਹਸਪੀਟਲ ਤੋਂ ਲੈ ਕੇ ਆਪਾਂ ਸਿਵਲ ਹਸਪੀਟਲ ਤੱਕ, ਹਾਜੀ ਰਤਨ ਚੌਕ ਤੋਂ ਹੋ ਕੇ ਫਿਰ ਵਾਪਸ ਮੈਕਸ ਹਸਪੀਟਲ ਜਾਵਾਂਗੇ। ਤੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮੈਂ ਤੁਹਾਡਾ ਸਾਰਿਆਂ ਦਾ ਸਾਥ ਚਾਹੂੰਗੀ 29 ਤਰੀਕ ਨੂੰ ਸਵੇਰੇ 6:30 ਵਜੇ। ਥੈਂਕ ਯੂ। ਓਕੇ ਮੈਡਮ, ਥੈਂਕ ਯੂ। ਤੁਸੀਂ ਬਹੁਤ ਅੱਛਾ ਪ੍ਰੋਗਰਾਮ, ਕਿਉਂਕਿ ਇਸ ਉਮਰ 'ਚ ਹਾਰਟ ਦੀ, ਅੱਖਾਂ ਦੀ, ਗੋਡਿਆਂ ਵਗੈਰਾ ਦੀ, ਜੋੜ ਦਰਦ, ਇਹ ਸਾਰੇ ਆਪਣਾ ਤਕਲੀਫਾਂ ਹੁੰਦੀਆਂ ਬਜ਼ੁਰਗਾਂ ਨੂੰ, ਤੇ ਤੁਸੀਂ ਬਹੁਤ ਅੱਛਾ ਧਿਆਨ ਆਪਣਾ ਸਾਡੇ ਐਕਸ ਐਮਪਲੋਈਜ਼ ਦਾ ਰੱਖ ਰਹੇ ਹੋ। ਕਿਉਂਕਿ ਮੈਂ ਵੀ ਤੁਹਾਨੂੰ ਇਸ ਮੌਕੇ ਤੇ ਆਪਣੀ ਐਸੋਸੀਏਸ਼ਨ ਵੱਲੋਂ ਜੋ ਤੁਹਾਡੇ ਹਸਪੀਟਲ ਨੂੰ ਕੋਆਪਰੇਸ਼ਨ ਦਿੱਤਾ ਜਾ ਰਿਹਾ ਹੈ ਉਹਦੇ ਬਾਰੇ ਦੱਸਦਾ ਕਿ ਅਸੀਂ ਜੇ 100% ਕੋਈ ਆਪਣਾ ਆંકੜਾ ਹੈ ਤੇ 90% ਜੋ ਕੇਸਿਸ ਹੈ that those are referred to your hospital। ਚਾਹੇ ਉਹ ਕਿਸੇ ਦੇ ਅੱਖਾਂ ਦਾ ਆਪਰੇਸ਼ਨ ਦਾ ਕੇਸ ਹੋਵੇ, ਚਾਹੇ ਹਾਰਟ ਦਾ ਹੋਵੇ, ਜਾਂ ਗੋਡਿਆਂ ਦੀ ਪ੍ਰੋਬਲਮ, ਜਾਂ ਕਿਸੇ ਹੋਰ ਬਿਮਾਰੀ ਸੰਬੰਧੀ ਵੀ ਹੋਵੇ, ਤੇ ਅਸੀਂ ਸਿੱਧੀ ਸਲਾਹ ਦੇਈਦੀ ਹੈ ਕਿ ਵੀ ਮੈਕਸ ਹਸਪੀਟਲ ਚਲੇ ਜਾਓ। ਉੱਥੇ ਸਾਰਾ ਕੁਝ ਵੈਲ ਇਕੁਇਪਡ ਹੈ ਔਰ ਲੇਟੈਸਟ ਟੈਕਨੋਲੋਜੀ ਨਾਲ ਲੈਸ ਹੈ, ਔਰ ਤੁਹਾਨੂੰ ਕਿਸੇ ਵੀ ਤਕਲੀਫ ਦੀ ਕੋਈ ਤੇ ਆਪਣਾ ਇਸ ਤਰ੍ਹਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ, ਔਰ ਕੈਸ਼ਲੈਸ ਟ੍ਰੀਟਮੈਂਟ ਦੀ ਸੁਵਿਧਾ ਹੈ। ਔਰ ਜੋ ਤੁਹਾਡੇ ਉੱਥੇ TPA ਬ੍ਰਾਂਚ ਹੈ ਉਹਦਾ ਵੀ ਬਹੁਤ ਅੱਛਾ ਸਹਿਯੋਗ ਸਾਨੂੰ ਮਿਲਦਾ ਹੈ। ਉਹਦੇ ਵਾਸਤੇ ਮੈਂ ਤੁਹਾਡੀ ਪ੍ਰੈਜ਼ੈਂਸ ਦੇ ਵਿੱਚ ਹੀ ਤੁਹਾਡੇ ਹਸਪੀਟਲ ਦਾ ਥੈਂਕ ਯੂ ਅਦਾ ਕਰਨਾ ਚਾਹੂँਗਾ, ਔਰ ਉਮੀਦ ਕਰੂੰਗਾ ਕਿ ਆਇੰਦਾ ਵੀ ਇਨ ਫਿਊਚਰ ਵੀ ਜੋ ਇਸ ਤਰ੍ਹਾਂ ਦੀ ਸੇਵਾਵਾਂ ਤੁਹਾਡੀ ਤਰਫੋਂ ਸਾਡੇ ਐਕਸ ਐਮਪਲੋਈਜ਼ ਨੂੰ ਮਿਲਦੀਆਂ ਰਹਿਣ। ਇਸ ਮੌਕੇ ਤੇ ਮੈਂ, ਕਿਉਂਕਿ ਤੁਸੀਂ ਉੱਥੇ ਐਡਮਿਨ ਦੀ ਆਪਣਾ ਕੁਰਸੀ ਤੇ ਬੈਠੇ ਹੋ, ਬਹੁਤ ਵੱਡੀ ਪੋਸਟ ਹੁੰਦੀ ਹੈ, ਬਹੁਤ ਅੱਛੀ ਆਪਣਾ ਪਾਵਰ ਵੀ ਤੁਹਾਡੇ ਕੋਲ ਹੈ, ਮੈਂ ਅਪੀਲ ਇਹ ਕਰੂੰਗਾ ਕਿ ਸਾਡੇ ਕਿਸੇ ਵੀ ਸਾਥੀ ਨੂੰ ਇਨਸਿਸਟ ਨਾ ਕੀਤਾ ਜਾਵੇ ਕਿ ਤੂੰ ਪਹਿਲਾਂ ਕੁਝ ਆਪਣਾ ਰਕਮ ਜਮ੍ਹਾਂ ਕਰ, ਆਪਣਾ ਉਸ ਤੋਂ ਬਾਅਦ ਤੇਰਾ ਟ੍ਰੀਟਮੈਂਟ ਸ਼ੁਰੂ ਹੋਏਗਾ। ਕਿਉਂਕਿ ਤੁਸੀਂ ਜਾਣਦੇ ਹੋ ਇਸ ਉਮਰ ਦੇ ਵਿੱਚ ਜੇਬ 'ਚ ਪੈਸਾ ਕਿਸੇ ਕੋਲ ਨਹੀਂ ਹੁੰਦਾ, ਸਾਰੇ ਉਹ ਕੈਸ਼ਲੈਸ ਟ੍ਰੀਟਮੈਂਟ ਦੇ ਉੱਪਰ ਹੀ ਡਿਪੈਂਡ ਕਰਦੇ ਹੈ। ਔਰ ਸਾਡੀ ਕੰਪਨੀ ਨੇ ਵੀ ਸਾਨੂੰ ਬਹੁਤ ਅੱਛੀ ਸੁਵਿਧਾਵਾਂ ਦਿੱਤੀ ਹੋਈਆਂ, ਸਾਡਾ TPA ਵੀ ਬਹੁਤ ਅੱਛਾ ਰਿਜ਼ਲਟ ਦੇ ਰਿਹਾ। ਇਹੋ ਜਿਹੀ ਕੋਈ ਗੱਲ ਨਹੀਂ, ਥੋੜ੍ਹੀ ਮੋਟੀ ਉਣਤਾਈਆਂ ਹੁੰਦੀਆਂ, ਕਠਿਨਾਈਆਂ ਆਉਂਦੀਆਂ, ਔਰ ਉਹਨਾਂ ਨੂੰ ਵੀ ਅਸੀਂ ਔਨ ਦਾ ਸਪੋਟ ਦੂਰ ਕਰ ਲੈਂਦੇ ਹਾਂ। ਮੈਨ ਟੂ ਮੈਨ ਵੈਰੀ ਕਰਦਾ ਹੈ, ਬਟ ਤੁਹਾਡਾ ਸਟਾਫ ਇਸ ਟਾਈਮ ਬਹੁਤ ਅੱਛੀ ਸੇਵਾਵਾਂ ਨਿਭਾ ਰਿਹਾ ਹੈਗਾ। ਮੈਂ ਤੁਹਾਨੂੰ ਅਪੀਲ ਕਰੂੰਗਾ ਕਿ ਕਿਸੇ ਵੀ ਸਾਡੇ ਰਿਟਾਇਰੀ ਨੂੰ ਇਨਸਿਸਟ ਨਾ ਕੀਤਾ ਜਾਵੇ ਕਿ ਉਹ ਐਡਵਾਂਸ ਜਮ੍ਹਾਂ ਕਰਕੇ ਉਸ ਤੋਂ ਬਾਅਦ ਉਹਦਾ ਜੋ ਟ੍ਰੀਟਮੈਂਟ ਸ਼ੁਰੂ ਕੀਤਾ ਜਾ ਸਕਦਾ ਹੈ। ਪਲੀਜ਼ ਮੈਡਮ, ਇਸ ਚੀਜ਼ 'ਤੇ ਜ਼ਰੂਰ ਧਿਆਨ ਦਿੱਤਾ ਜਾਵੇ, ਕਿਉਂਕਿ ਸਾਨੂੰ ਬਹੁਤ ਰਿਪੋਰਟਾਂ ਮਿਲਦੀਆਂ ਕਿ ਪਹਿਲਾਂ ਕਹਿੰਦੇ ਜੀ 5000 ਜਮ੍ਹਾਂ ਕਰਾਓ, 10000 ਜਮ੍ਹਾਂ ਕਰਾਓ। ਤੋ ਦਿਸ ਡਿਫੀਕਲਟੀ ਮੇ ਬੀ ਐਡਰੈਸਡ ਇਮੀਡੀਏਟਲੀ। ਬਾਕੀ ਸਾਥੀਓ, ਮੈਂ ਹੁਣ ਅਗਲੀ ਕਾਰਵਾਈ 'ਤੇ ਆਊਂਗਾ। मैं देख रहा सी, मैं अगर चाह पानी की व्यवस्था हो गई है तो पहले चाह पानी पिला दिए, उस तो बाद फिर गलबात रखिए, क्योंकि खाली पीली गल्लां नाल भी ढिड नहीं भरता, कुछ ना कुछ मूँह भी चलता रहे। साडी मेरे ख्याल केटरिंग अपना थोड़ी व्यवस्था थोड़ी जी सुस्त चल रही है, मैंने लगता। हाँ जी, फ्राइडे होटल प्लीज़ अपना कोल्ड ड्रिंक्स वगैरह सर्व करवाओ यार, की गल। हेलो, मैं केटर नूं अपील करूँगा कि 15 मिनट के अंदर अंदर वो अपना चाह वगैरह की व्यवस्था अपना पूरी कर लैन ताकि सर्व की जा सके। इन बिटवीन मैं एक होर सैरोमनी इत्थे अपना कंडक्ट होने जा रही है, तो वो वास्ते भी असी तैयारी करनी है। अपना शुरू एक कम कर साथियों, 5 मिनट लाऊंगा मैं थोड़ा सा अपना ब्रेक वास्ते, सॉरी फॉर दैट। हाँ जी, दो तालियां नाल इस सैलीब्रेशन का स्वागत किया जाए। परमात्मा इहो जे मौके बार बार लियावे, आपां इस तो भी वड्डा आंकड़ा छूईए, फिर इस तो वड्डी कोई होर सैलीब्रेशन करिए। तो इस तरह ही सहयोग अपेक्षित है, थोड़ा हमेशा मिलता रहेगा। और मैनू पूरी पूरी उम्मीद है कि आप होर नई बुलंदियां नू जल्दी जल्दी छूंदे चले जावांगे।
एक छोटा जिहा शेर अपना अरोड़ा जी का ध्यान मेरे ख्याल मेरे वाल नहीं है अज, वो किते होर ही गुम हुए हुए है। अरोड़ा जी, महफिल में आपके हम खुशियां बांटने आए हैं, महफिल में आपकी हम खुशियां बांटने आए हैं, अपने हैं सब यहाँ, सबको उनको गले से लगाने आए हैं। ਸਾਹਿਬ ਵੱਲੋਂ ਇਹ ਜੋ ਅੱਜ ਦਾ ਸੈਲੀਬ੍ਰੇਸ਼ਨ ਹੈ, ਕੇਕ ਕੱਟ ਕੇ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਨੰਬਰ ਸਰਪਾਸਿੰਗ 1000 ਵੀ ਆਰ ਸੈਲੀਬ੍ਰੇਟਿੰਗ। वितकरा कोई किसी नाल डिफरेंशिएशन बिल्कुल नहीं करनी है। उस तो बाद जे कोई है दिल च उन्होंने कट के जानी है। इस अपना मुकाम ते पहुँचे हैं, बहुत बड़े बड़े मुकाम हासिल करने हैं, बहुत बड़ी बड़ी बुलंदियां छूनी है, तो आप सारे रल मिल के छू सकते हैं। जे आप एक तरह कोई लैग पुलिंग कोई इस तरह की कमियां पेशियां, देखो इंसान हमेशा गलती का पुतला होंदा है। मेरे तो पता नहीं रोज़ाना किन्नियां अनेकां गलतियां होंदियां, भुल्लां होंदियां होणगियां, परंतु परमात्मा ही एक इहो जिहा अपना अपना इस दुनिया दे विच अपना मौजूदगी हैगी है जो कि पूरा है, बाकी सारे अधूरे ने, ते आपां सारे अधूरे हैगे आ। आपां उन्हां कमियां नूं नहीं देखना, एक दूसरे की कमियां वाल बिल्कुल नहीं जाना। और नागी साहब ने मैनू टारगेट देता क्योंकि एग्जाम साडा लेंदे रहिंदे, कहंदा 1500 कदों छुओगे। नागी साहब थोड़ा सहयोग चाहिए, 1500 नहीं 2000 की गल करो, 2000 कदों पूरे होवांगे पे। तो दोस्तों ये मुकाम ये अपना टारगेट तो अपना कमज़ोर व्यक्तियों वास्ते होंगे, मजबूत वास्ते दृढ़ निश्चय वाले वास्ते नहीं होंगे। जिन्हों के मजबूत इरादे होंगे उन्होंने वास्ते आ हिमालय की चोटी चाटी कुछ नहीं होंगी। एवरेस्ट से कई बार तेंजिंग चढ़ गया सीगा, बचेंद्री पाल लेडी होने के बावजूद 2-3 बार सर करके आई है। तो सर ये जी बुलंदियां होंदियां ये पक्के इरादे वाले वास्ते नहीं होंदियां, साडे हैगे बुलंद इरादे, पक्के इरादे। जो तुसी कहोगे वो दैट विल बी सरपास्ड वेरी शॉर्टली। तो दोस्तों जब तक साड़ी प्लेटां तैयार होण उदों तक हुण आपां अपनी कार्रवाई जारी करते हैं। दोस्तों जिस तरह मैं पहला दस्सिया सी कि साड़ी जो एसोसीएशन की जदों अपना शुरुआत की गई 2015 दे विच, मेरी भी रिटायरमेंट 15 दे विच ही हुई सी और अज मैं 67 साल का युवा जो थोड़े सामने खड़ा। तो उदों साडा सोचण का तरीका थोड़ा जा संकुचित सी, असी लोकल सोचते सी, लोकल उठते सी, लोकल बैठते सी, परंतु हौली 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 जो जो अपना गिनती बढ़ती गई, परिवार बढ़ता गया, साडा हौसला बढ़ता गया। असी प्रवास जो है इस एसोसीएशन की बठिंडे तो बाहर अपना उडारी मारनी शुरू की। प्रवास पर ही सानू बहुत अच्छा रिस्पॉन्स मिलना शुरू हो गया। तो इमीजिएटली असी नंगल, चंडीगढ़ और ईवन विजयपुर तो अपना तकरीबन 800 किलोमीटर के करीब करीब पैंदा है, विजयपुर तक साड़ी यूनिटां खड़ी हो चुकी हैं। और दुख सुख इहो जिहा फरोला गया कि दायरा वधदा चला गया और कारवां इहो जिहा रूप अख्तियार कर गया कि अज सानू ना दिन चैन है ना रात चैन है। 24 घंटे 24 आवर्स बाई 7 जो है सेवावां निर्बाध अनवरत सेवावां तुहानूं दित्तियां जा रही ने और लगातार मैंबरशिप डेली बेसिस पे। कल मैं तुमसे कल की प्रोग्रेस रिपोर्ट जो दसा, कल सवेरे 1022 सी और शाम में 1030 हो गई। कल की 8 अपना गिनती कल की हैगी है, अज शाम अजे दूर है
ਬਹੁਤ ਸਾਰੀ ਆਪਣਾ ਮੈਂਬਰਸ਼ਿਪ ਜੋ ਹੈ ਪਾਈਪਲਾਈਨ ਦੇ ਵਿੱਚ ਹੈ, ਰਾਤ ਤੱਕ ਉਹ ਵੀ ਆ ਜਾਣਗੀਆਂ। ਇਹ ਸਭ ਤੁਹਾਡੇ ਪਿਆਰ ਦਾ ਨਤੀਜਾ ਹੈ, ਸਾਡੀ ਮਿਹਨਤ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਤੁਹਾਡੇ ਪਿਆਰ ਕਰਕੇ, ਤੁਹਾਡੇ ਸਹਿਯੋਗ ਕਰਕੇ, ਤੁਹਾਡੇ ਜੋ ਸਾਨੂੰ ਕੋਆਪਰੇਸ਼ਨ ਦਿੱਤਾ ਜਾ ਰਿਹਾ ਹੈ, ਔਰ ਉਹ ਸਾਡੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਦੇ ਵਿੱਚ ਕੋਈ ਕਿਸੇ ਕਿਸਮ ਦੀ ਕਮੀ ਨਾ ਆਵੇ। ਤੁਹਾਡਾ ਜੋ ਵਿਸ਼ਵਾਸ ਸਾਡੇ ਤੇ ਬਣਿਆ ਹੈ ਉਹਨੂੰ ਕੋਈ ਠੇਸ ਨਾ ਪਹੁੰਚੇ, ਉਹਦੀ ਅਸੀਂ ਪੂਰੀ ਜੋ ਅਸੀਂ ਉੱਥੇ ਪਿਛਲੇ ਸਾਲ ਵਾਅਦਾ ਕਰਕੇ ਆਏ ਸੀ, ਜੋ ਸਾਥੀ ਸਾਡੇ ਨਾਲ ਗਏ ਸੀ ਉਹਨਾਂ ਨੂੰ ਪਤਾ ਹੈ ਕਿ ਅਸੀਂ ਉਹਨਾਂ ਨਾਲ ਵਾਅਦਾ ਕਰਕੇ ਆਏ ਸੀ ਕਿ ਅਸੀਂ ਹਰ ਸਾਲ ਚੰਡੀਗੜ੍ਹ ਰੀਜਨ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਿਆ ਕਰਾਂਗੇ। तो इस साल की मीटिंग अभी सितंबर च करनी सी, परंतु उन्होंने कहा कि थोड़ी गर्मी का मौसम है, इस करके अक्टूबर के फर्स्ट वीक च कर लो। तो 7 अक्टूबर नूं 7 अक्टूबर मेरे ख्याल दिन शुक्रवार पै रहा है, शुक्रवार है, दशहरे तो बाद है, दशहरा 5 तरीक का है। 7 तरीक नूं चंडीगढ़ इंजीनियर्स भवन सैक्टर 19A दे विच वो मीटिंग होएगी, जिहदे विच की बहुत अच्छी गिनती दे विच असीं बठिंडे तो भी बस भर के जानी है। तुहाडे विचों सारे साथी अपनी जो मौजूदगी है वो कृपया करके कैशियर साहब या सैकटरी साहब को नोट करवा दो। जिन्होंने भी जाना है, विद स्पाउस जाना है, ये भी मैं नोट करवा दा कि विद स्पाउस चंडीगढ़ विजिट असीं करावांगे। उत्थे थोड़ा जिहा एक्सकर्शन टूर भी कर रखांगे। हो सकता है कि रो गार्डन, नाडा साहब या अपना सुखना लेक वगैरह की विजिट भी करवाई जा सकती है, ठीक है। क्योंकि जो मीटिंग है वो तो 3 बजे रखी गई है दोपहर बाद। लंच की व्यवस्था, मीटिंग वेन्यू तो कोई नहीं है, परंतु टी एंड स्नैक्स वगैरह की उचित व्यवस्था की गई है। तो जो साथी 7 अक्टूबर को चंडीगढ़ जाण दे चाहवान होण, बस दे विच साडे हम सफ़र बनने नूं तैयार हैगे है, वो कृपया अपना नाम अज तो ही फर्स्ट कम फर्स्ट सर्व बेसिस पे नोट करवा दो। जो बस का खर्चा है दैट विल बी कन्वेड टू यू वेरी शॉर्टली, क्योंकि अजे बस हायर असी नहीं की है। जिस तरह बस हायर होएगी, जो भी किराया होएगा सारे च डिस्ट्रीब्यूट किया जाएगा। उहदे च मैं भी शामिल हाँ, तुसी भी शामिल हो, ठीक है सर। हाँ जी, हाँ, उहदे विच असी बस भर के लैके जानी है। नंगल वाले कहंदे तुसी आओगे तो असी भी बस भर के लियावांगे, कहंदा असी भी किसी तो घट नहीं है। तो नंगल तो भी एक बस भर के आउण दी पूरी उम्मीद है। नंगल दी संगत आएगी, नंगल के मैंबर्स आएंगे विद स्पाउस, चंडीगढ़ के अपने मैंबर आएंगे विद स्पाउस, और तुसी एक बस भर के लैके जाओगे। मतलब 50 असी जावांगे, 50 नंगल वाले आएंगे, 100 और लगभग 50-60 जो है चंडीगढ़ तो भी अपना गिनती हो जाएगी। तो तकरीबन 150 पौने 200 की गिनती का आयोजन उत्थे किया गया है, उत्थे अरेंजमेंट होएगा। और तुसी जे वध गिनती दे विच भी तैयार हो, असी एक दी जगह 2 बसां भी कर लांगे, सानू कोई इतराज़ नहीं है, ठीक है। तो परंतु अपने नाम रजिंदर सिंह जी ने पूरी एग्जीक्यूटिव बॉडी को अपने घर बुलाया सी और एक ग्रैंड सैलीब्रेशन 1000 आंकड़ा सरपास करन दा अपना जश्न मनाया सीगा। ਉਹਦੇ 'ਚ ਐਸੋਸੀਏਸ਼ਨ ਦੀ ਕਾਰਗੁਜ਼ਾਰੀ ਸਿਰਫ ਇੰਨੀ ਸੀ ਵੀ ਸਾਰੀ ਐਗਜ਼ੀਕਿਊਟਿਵ ਇਕੱਠੀ ਹੋਈ ਸੀ। ਖਰਚਾ ਇਹਨਾਂ ਨੇ ਆਪਣਾ ਕੀਤਾ, ਆਪਣਾ ਇਹਨਾਂ ਦਾ ਬਲਬਲਾ ਸੀਗਾ ਮੈਂ ਬੁਲਾ ਕੇ ਤੇ ਸਾਰਿਆਂ ਨੂੰ ਮੈਂ ਸੈਲੀਬ੍ਰੇਟ ਕਰਾਂ, ਤੇ ਇਹਨਾਂ ਨੇ ਬਹੁਤ ਅੱਛਾ ਕੀਤਾ। ਮੈਂ ਇਹਨਾਂ ਦਾ ਥੈਂਕ ਯੂ ਅਦਾ ਕਰਨਾ ਚਾਹੂँगा ਇਸ ਮੌਕੇ ਤੇ। और जो स्नैप्स हैं इन्हों ने साइट ते भी पाए है, ਉਹਦੀ ਵੀਡੀਓ भी पाई है, तो वो भी अपना तुसी साइट ते देख सकते हो। हाँ जी, ताड़ियाँ हो जान दोस्तों। कुछ मैंडेटरी शर्तां, कुछ जरूरी शर्तां लातियां सी कि हर एक दा अपना क्या नाम है ईमेल आईडी होना जरूरी है। ईमेल तो बिना किसी का भी फार्म एक्सैप्ट नहीं किया जाएगा। PRMS का पोस्ट रिटायरमेंट मैडिकल स्कीम वास्ते जो भी साढ़े तो सालाना प्रीमियम भरवाया जाता है, वो जो फार्म भरवाए गए सी उस टाइम साढ़े तो ईमेल आईडी भी मंगी गई सी। बहुत सारे साथियों ने उस टाइम भी, जो साथी कुछ थोड़े जे एजुकेटेड है या इस चीज़ को भलीभांति जानते हैं कि भी अज जमाना जो है सारा ई गवर्नेंस का है और सारा कुछ अजकल ई चल रहा है, F नहीं चल रहा है या B नहीं चल रहा है, ठीक है। तो ई गवर्नेंस तो अपना असी बच नहीं सकते। ERP सिस्टम एक NFL ने लॉन्च किया है, ERP वास्ते और ईमेल होनी जरूरी है। कई साथियों ने सोचा भी ईमेल ही तो पानी किसी की भी पा दो कि NFL की भी
रिक्वायरमेंट पूरी हो जाएगी और मेरा फार्म भी एक्सेप्ट हो जाएगा। परंतु दोस्तों नहीं, ऐसा नहीं चलना। हर एक साथी की अपनी पर्सनल ईमेल आईडी चाहिए है। ईमेल आईडी जे नहीं है प्लीज़ अज ही बनवा लो, क्योंकि उन्होंने पोर्टल भी लॉन्च करता है। पोर्टल के उपर साड़ा डाटा भी पाता है। जे डाटे दे विच तुसी कोई कमी पेशी पाते हो तो उन्होंने अपडेट भी करने की जिम्मेवारी साड़ी ही लगाई है उन्होंने, किसी होर दी नहीं है। सैल्फ अमेंडेड अपना उन्होंने रेक्टिफिकेशन जो असी आप करनी है, वो किसी होर ने नहीं करनी। रेक्टिफिकेशन करके अपडेट करके उन्होंने फाइनल करना है। तो साथियों, जिन्होंने अजे तक अपनी पर्सनल ईमेल आईडी अपना बनाई है या नहीं उस पर लोड की है, प्लीज़ उन्होंने बना लो और बना के अपना जो पोर्टल है, पोर्टल का मैं थोड़ा थोड़ा जा मूँह जबानी ब्रीफ करदा कि जो साड़ी NFL की ऑफिशियल साइट है नेशनल फर्टिलाइजर्स लिमिटेड.in, पूरा लिखना है स्मॉल दे विच, नेशनल फर्टिलाइजर्स लिमिटेड.in। NFL की साइट खुल जाएगी। NFL की जो साइट खुलेगी, पहला एक अपना साढ़े प्रधानमंत्री जी की फोटो के नाल एक अपना यूरिया के बारे थोड़ा संदेश है, उन्होंने क्रॉस कर दो, वो बंद हो जाएगा। थले एक ग्रीन पट्टी, छोटी जी पतली जी ग्रीन पट्टी आती है, जिदे ऑप्शंस लिखिया हुई हैं। हाँ जी प्लीज़ नागी जी आ जाओ तुम। उस ग्रीन पट्टी ते NFL की साइड ते थले अपना बरीक एक रिटायरीज डेस्क की ऑप्शन है, रिटायरीज डेस्क। उसनों क्लिक करो, क्लिक करते सारे ऊपर एक होर पोर्टल खुल जाएगा। उस पोर्टल के खुलते सारी सब तो पहला एक उन्होंने नवा काम शुरू किया है NFL ने, बहुत अच्छा प्रयास है, बहुत वधिया काम है कि रिटायरीज दे जो अपना जिन्हों का भी जन्मदिन उस दिन फॉल करता है, जिस दिन तुम ऑप्शन ऑपरेट कर रहे हो, जिस दिन वो अपना साइट खोल रहे हो, जिन्ना अपना दे भी उस दिन जन्मदिन फॉल करते हैं, उन्होंने मैसेज आएगा ऊपर कि अपना नाम आएगा, नंबर आएगा, किस यूनिट तो रिटायर होए हो, तो उन्होंने क्लोज के ऊपर अपना एक ऑप्शन है, क्लोज कर दो। पढ़ के क्लोज कर दोगे, फिर एक पोर्टल खुलेगा, उस लॉगिन करोगे। लॉगिन के वास्ते थोनों अपना लॉगिन करते सार वो मंगेगा थोड़ा मोबाइल नंबर, जो रजिस्टर्ड मोबाइल नंबर है, जो तुसी PRMS के फार्म च भरन वेले दिता सीगा, जो थोड़ा रजिस्टर्ड मोबाइल है वो मंगेगा। वो भरते सार अपना एक गेट OTP की अपना ऑप्शन आएगी थले। OTP नंबर थोड़े अपना मोबाइल च आएगा, मोबाइल च OTP नंबर जो भी आएगा, जे नहीं थोड़ा डाटा फिलअप किया गया फिर कुछ नहीं आएगा, ये भी नाल हैगा। अजे कंप्लीट डाटा भी कईयां दा नहीं भरया गया है, कईयां दा ब्लैंक भी आ जाता है, अगे वो पोर्टल चलता ही नहीं है, ये भी है। तो जे थोड़ा पोर्टल चल रहा है और थोड़ा अपना उन्होंने अपना जो तुसी अपना मोबाइल नंबर फिल किया है वो एक्सेप्ट कर लिया है, तो थोनों एक OTP नंबर देगा। OTP नंबर दबाने से OTP नंबर उत्थे भरो, थोड़ा पूरा बायोडाटा अपना वो पूरी फाइल खुल जाएगी। थोड़ा नाम, स्पाउस का नाम, एम्प्लॉय नंबर, थोड़ा बैंक का नाम, बैंक अकाउंट नंबर, IFSC कोड नंबर, सारा कुछ एवरीथिंग विल बी देयर, यू कैन सी दैट। हाँ, ਉਹਦੇ ਵਿੱਚ ਕਈਆਂ ਦੇ ਜੇ कोई IFSC कोड मैंशन गलत किया है या बैंक अकाउंट ਦੇ ਵਿੱਚ कोई खामी है या थोड़े नाम च या एम्प्लॉयमेंट नंबर च कोई खामी है, यू कैन करैक्ट दिस ऑन द स्पॉट इंस्टेंटली। ਉਹਦੇ ਵਿੱਚ ਤੁਸੀਂ अपनी कोई भी करैक्शन जो है करनी चाहो कर सकते हो, करके अपडेट थले दी अपना उस ऑप्शन है वो करके छोड़ दो, थोड़ा काम खत्म। ठीक, इन्ना काम करना है। जे किसी साथी नूं फिर भी ऑपरेट करना ना आवे तो साडी सेवावां वो लै सकता है। तो ये है लेटेस्ट साइट ते लेटेस्ट जानकारी। साडी पैटिशन नंबर सी और VN शर्मा जी वालों वो दायर किया गया सी, जो NTPC दे विच सेवावां निभा के आए सी। VN शर्मा वर्सेज EPFO या गवर्नमेंट ऑफ इंडिया। ये केस चल रहा सीगा, इसकी प्रोसीडिंग काफ़ी लंबे समय तो 16 तो चल रही है, परंतु पिछले महीने की 11 तरीक को लगातार 6 सीटिंग्स हुई, 3 तरीक ऑनवर्ड, 3 अगस्त तो 11 अगस्त तक। और ਉਹਦੇ ਵਿੱਚ
ਆਪਣਾ ਤਕਰੀਬਨ 66000 ਬਣਦਾ ਸੀ, ਅਸੀਂ 34000 ਰੁਪਏ ਐਡੀਸ਼ਨ ਉਹਨਾਂ ਨੂੰ ਹੋਰ ਭੇਜਤਾ ਤਾਂ ਕਿ ਉਹਨਾਂ ਦਾ ਵੀ ਕੰਮ ਚੱਲਦਾ ਹੋ ਜੇ, ਸਾਡਾ ਵੀ ਐਡਵਾਂਸ ਮਤਲਬ ਉਹ ਉੱਥੇ ਪਹੁੰਚ ਜੇ। ਕੱਲ ਨੂੰ ਜਦੋਂ ਹਿਸਾਬ ਕਿਤਾਬ ਪੈਟੀਸ਼ਨਰਸ ਦੀ ਲਿਸਟ ਦੇ ਮੁਤਾਬਿਕ ਉਹਨਾਂ ਨਾਲ ਕਰਾਂਗੇ, ਬਾਕੀ ਜੋ ਰਹਿੰਦਾ ਖੁੰਦਾ ਹੈ ਉਹ ਵੀ ਆਪਣਾ ਉਹਨਾਂ ਨੂੰ ਭੇਜ ਦਿੱਤਾ ਜਾਏਗਾ। ਹੈ ਹਾਂ। ਤੇ ਦੋਸਤੋ NCR ਦੇ ਨਾਲ NCR ਵੀ ਜੋ ਹੈ ਬਰਾਬਰ ਜੋ ਸਾਡੀ AOR ਟੀਮ ਹੈ, ਜੋ ਲੀਗਲ ਟੀਮ ਹੈ ਆਪਣਾ ਸੁਪਰੀਮ ਕੋਰਟ ਦੀ, ਉਹ ਬਕਾਇਦਾ ਤੌਰ ਤੇ ਬਿਲਕੁਲ ਉਹਨਾਂ ਨਾਲ ਆਪਣਾ ਸੰਪਰਕ ਦੇ ਵਿੱਚ ਰਹਿੰਦੀ ਹੈ। ਜੋ ਵੀ ਅਪਡੇਟ AOR ਟੀਮ ਤੋਂ ਜਾਂ ਸੁਪਰੀਮ ਕੋਰਟ ਦੀ ਸਾਡੀ ਵਕੀਲਾਂ ਦੀ ਟੀਮ ਤੋਂ NCR ਨੂੰ ਮਿਲਦੀ ਹੈ, NCR ਸਾਡੇ ਗਰੁੱਪ 'ਚ ਪਾਉਂਦੀ ਹੈ ਔਰ ਗਰੁੱਪ ਵਾਲਾ ਮੈਸੇਜ ਤੁਹਾਨੂੰ ਕਨਵੇ ਕਰ ਦਿੱਤਾ ਜਾਂਦਾ ਹੈ। ਇਹ ਚੈਨਲ ਹੈਗਾ ਦੋਸਤੋ। ਹਾਂਜੀ ਨਾਸ਼ਤਾ ਉੱਥੇ ਚਲੀਏ। ਔਰ ਇੱਕ ਨਾਲ ਅਸੀਂ ਡਿਊਜ਼ ਦੀ ਲਿਸਟ ਵੀ ਅਪਡੇਟ ਕਰ ਰਹੇ ਹਾਂ। ਕਈ ਸਾਥੀਆਂ ਦੇ ਤੁਹਾਨੂੰ ਪਤਾ ਹੀ ਹੈ ਸਾਥੀਓ, ਜਦੋਂ ਆਪਾਂ ਜੁਆਇਨ ਕਰਦੇ ਹਾਂ ਐਸੋਸੀਏਸ਼ਨ ਤੇ ਉਸ ਤੋਂ ਅਗਲੇ ਸਾਲ ਤੋਂ ਅਸੀਂ 200 ਰੁਪਏ ਰਿਨਿਊਅਲ ਫੀਸ ਦੇ ਰੂਪ 'ਚ ਹਰ ਇੱਕ ਸਾਥੀ ਤੋਂ ਕਲੈਕਟ ਕਰਦੇ ਹਾਂ। 200 ਰੁਪਏ ਹਰ ਸਾਥੀ, ਕਿਉਂਕਿ ਇਹ ਮੈਂਡੇਟਰੀ ਹੁੰਦਾ ਹੈ। ਕਿਸੇ ਵੀ ਸੰਸਥਾ ਦੀ ਜੋ ਮੈਂਬਰਸ਼ਿਪ ਹੈ ਉਹਨੂੰ ਜਾਰੀ ਕਰਨ ਵਾਸਤੇ ਸਾਲਾਨਾ ਚੰਦਾ ਜੋ ਹੈ ਦੇਣਾ ਜ਼ਰੂਰੀ ਹੈ। ਦਿਸ ਇਜ਼ ਮੈਂਡੇਟਰੀ, ਲੀਗਲੀ ਬਾਉਂਡ ਹੈ ਅਸੀਂ ਲੈਣ ਦੇ। ਤੇ 200 ਰੁਪਏ ਜੇ ਤੁਸੀਂ 12 ਨਾਲ ਡਿਵਾਈਡ ਕਰੋ ਅਕਾਊਂਟ ਤੇ ਰਤਨ ਸਿੰਘਲਾ ਜੀ ਹੋਰ ਬਹੁਤ ਸਾਰੇ ਸਾਥੀ ਬੈਠੇ ਹੈ, ਤੇ 2 ਰੁਪਏ ਤੋਂ ਵੀ ਲੈਸ ਦੈਨ 2 ਰੁਪੀਜ਼ ਪਰ ਮੰਥ ਚੰਦਾ ਬੈਠਦਾ ਹੈ। ਤੇ ਮੇਰੇ ਖਿਆਲ ਈਜ਼ੀਲੀ ਸਾਰੇ ਦੇ ਸਕਦੇ ਆ। ਹਾਂਜੀ 200 ਰੁਪਏ ਸਾਲ ਦਾ ਕੋਈ ਜ਼ਿਆਦਾ ਤਾਂ ਨਹੀਂ ਹੈ ਨਾ। ਤੇ ਉਹ 200 ਰੁਪਏ ਕਈਆਂ ਦੇ ਡਿਊਜ਼ ਅਜੇ ਵੀ ਬਕਾਇਆ ਨੇ, ਤੇ ਜਿਨ੍ਹਾਂ ਦੇ ਵੀ ਬਕਾਇਆ ਹੈਗੇ ਆ ਸਾਡੇ ਕੈਸ਼ੀਅਰ ਸਾਹਿਬ ਉੱਥੇ ਦਿਨੇਸ਼ ਗੋਇਲ ਜੀ ਬੈਠੇ ਹੈ, ਪਲੀਜ਼ ਉਹ ਵੀ ਕਲੀਅਰ ਕਰ ਦਿਓ ਸੋ ਦੈਟ ਪੈਸੇ ਨਾਲ ਹੀ ਸਾਰਾ ਕੁਝ ਚੱਲਦਾ ਹੈ। ਤੋ ਔਰ ਮੈਂਬਰਸ਼ਿਪ ਵੀ ਕੰਟੀਨਿਊ ਰਹਿੰਦੀ ਹੈ। ਮੈਂ ਤੁਹਾਨੂੰ ਪਹਿਲਾਂ ਅਰਜ਼ ਕੀਤੀ ਹੈ ਕਿ ਇਹ ਡਿਊਜ਼ ਸਾਲਾਨਾ ਦੇਣੇ ਮੈਂਡੇਟਰੀ ਨੇ, ਪੈਸਾ ਇਕੱਠਾ ਕਰਨਾ ਮੈਂਡੇਟਰੀ ਨਹੀਂ ਹੈ, ਡਿਊਜ਼ ਕਲੀਅਰ ਕਰਨੇ ਮੈਂਡੇਟਰੀ ਨੇ। ਇਹ ਮੈਂਬਰਸ਼ਿਪ ਨੂੰ ਜਾਰੀ ਰੱਖਣ ਵਾਸਤੇ ਤੁਹਾਡਾ ਚੰਦਾ ਆਉਣਾ ਵੀ ਜ਼ਰੂਰੀ ਹੈ, ਮੈਂਬਰਸ਼ਿਪ ਵੀ ਆਉਣੀ ਜ਼ਰੂਰੀ ਹੈ। ਠੀਕ ਹੈ ਸਾਥੀਓ। ਤੇ ਹੁਣ ਮੈਂ ਰਿਕੁਐਸਟ ਕਰੂੰਗਾ ਕਿ ਚਾਹ ਤਿਆਰ ਹੈ, ਸਾਰੇ ਸਾਥੀ 10 ਮਿੰਟ ਵਾਸਤੇ ਆਪਾਂ ਟੀ ਬ੍ਰੇਕ ਕਰਾਂਗੇ, ਦੇਰ ਆਪਾਂ ਗੱਲਬਾਤ ਜਾਰੀ ਰੱਖਾਂਗੇ। ਟੀ ਬ੍ਰੇਕ ਵਾਸਤੇ
अंडर प्रोसेस है कि ये शेमफुल नहीं है ऑन द पार्ट ऑफ टीपीए। ਤੇ ਮੈਂ ਇੱਥੇ NFL ਮੈਨੇਜਮੈਂਟ ਨੂੰ ਗੁਜ਼ਾਰਿਸ਼ ਕਰੂੰਗਾ, प्लीज ਅਸੀਂ ਰਿਟਾਇਰ ਜ਼ਰੂਰ ਹੋਏ हैं, थोड़े पार्ट एंड पार्सल रहे हैं। ਅੱਜ जो चिमनियां चो धुआं निकलता है इन्होंने बुजुर्गों की बदौलत निकलता है। दीज आर द पिलर्स ऑफ दीज फैक्ट्रीज। इन्होंने फैक्ट्रियां खड़ी की, इन्हों की बदौलत यूरिया के दाने निकल रहे हैं। अज तक बनया बनाया घर लोगों को मिल गया है, उस रहने वास्ते नवी पनीरी आ गई है, परंतु इन्होंने वो बिल्डिंग खड़ी की, इन्होंने वो फैक्ट्रियां खड़ी की। इन्हों की कोई भी दुख तकलीफ जो है प्लीज उन्होंने अटेंड कराया करो, उन्होंने अटेंड करके उन्होंने एड्रैस कराया करो। यही मैं NFL तो गुजारिश करना। एक छोटा जहा टूर लैके चंडीगढ़ जा रहे हैं, तो चंडीगढ़ के इस तरह की मीटिंग भी होएगी और नाल कोई छोटा मोटा एक्सकर्शन भी होएगा जिसे भी स्पाउस भी हिस्सा ले सकते हैं। इस तो बाद मैं अगली गल करा, मैं विनोद जी हूँ क्योंकि हूँ समा बच गया है, वाटर इज सेटल्ड नाउ, तो विनोद जी मैं गुजारिश करूंगा कि वो इस बोरियत में दूर करने वास्ते एक चैन का गाना लैके स्टेज पे आया। मैं उम्मीद है तुम्हें पसंद आएगा। कहते हैं अजब सी हालत है तेरे जाने के बाद, अजब सी हालत है तेरे जाने के बाद, मुझे भूख लगती नहीं खाना खाने के बाद। अरोड़ा जी समझ रहे हो? अजब सी हालत है तेरे जाने के बाद, मुझे भूख लगती नहीं खाना खाने के बाद, मेरे पास केवल 2 ही समोसे थे जो मैंने खा लिया, एक तेरे आने से पहले और एक तेरे जाने के बाद। ये दोस्तों छा जाए तो बनती है यादें, तपती दोपहरी में बादल छा जाए तो बनती हैं यादें, बादल छा जाए 4 बूंदें बरसा जाए तो बनती हैं यादें। सीधी सड़क पर चलते, सीधे सड़क पर चलते पाँव में पत्थर भी टकरा जाए, छोटा सा पत्थर टकरा जाए तो बनती हैं यादें। फूल तोड़ते अगर कांटा चुभ जाए तो बनती हैं यादें। लास्ट में छोटी जी है, साथ रखो वो यादें, साथ ना रखो वो यादें जो दिल को रुलाए, साथ ना रखो वो यादें जो दिल को रुलाए, साथ रखो वो यादें जो दिल को हंसाए, साथ रखो वो यादें जो दिल को हंसाए। आगे दिल तंग रखो। थैंक यू। ਤੇ ਇਹਨਾਂ ਨੇ ਸਾਨੂੰ याद कराता कि यादां ਨੂੰ कदे नहीं भुलना। जो जवानी के दिनों च दिन बिताए से उन्होंने याद करी जाओ तो अगे वधी जाओ। यही कुछ हुण बकाया है, तो मैं विनोद जी को रिक्वेस्ट करूँगा कि वो भी कोई इस तरह का ही याद भरा पुरानी यादां नूं लैके कोई अच्छा जिहा गाना पेश करन। विनोद जी। थैंक यू गौरव जी। गाने तो यादां नूं लैके या होर काफ़ी है, टाइम रहा तो ज़रूर सुनावांगे। पहला मेरी अपनी पसंद, मेरा अपना सॉन्ग, उस तो बाद तुहाडी फरमाइश। कोई भी पुराना गाना तुसी जिहड़ा सुनना चाहोगे सुना देंगे जी। बेकरार करके हमें यूं न जाइए, आपको हमारी कसम लौट आइए। बेकरार करके हमें यूं न जाइए, आपको हमारी कसम लौट आइए। देखिए गुलाब की वो कान्हा, जुल्फ की घटा चुरा न ले कहीं, चोरी चोरी आके शौक बिजलियाँ, आपकी अदा चुरा न ले कहीं। यूं कदम अकेले ना आगे बढ़ाइए, आपको हमारी कसम लौट आइए। बेकरार करके हमें यूं न जाइए, आपको हमारी कसम लौट आइए।
गुलाब की वो डालियाँ, बढ़ के चूम लेना आपके कदम। देखिए गुलाब की वो डालियाँ, बढ़ के चूम लेना आपके कदम। खोए खोए भंवर भी है बाग में, कोई आपको बना ला रे सनम। बहकी नजरों से खुद को बचाइए, आपको हमारी कसम लौट आई। बेकरार करके हमें यूं न जाए, आपको हमारी कसम लौट आई। थैंक यू। चलते चलते मेरे ये गीत याद रखना, कभी अलविदा ना कहना, कभी अलविदा ना कहना। चलते चलते मेरे ये गीत याद रखना, कभी अलविदा ना कहना, कभी अलविदा ना कहना। रोते हंसते बस यूं ही तुम गुनगुनाते रहना, कभी अलविदा ना कहना, कभी अलविदा ना कहना। करते करते हम तुम कहीं खो जाएंगे, इन ही बहारों के आंचल में थक के सो जाएंगे। प्यार करते करते हम तुम कहीं खो जाएंगे, इन ही बहारों के आंचल में थक के सो जाएंगे। सपनों को फिर भी तुम यूं ही सजाते रहना, कभी अलविदा ना कहना, कभी अलविदा ना कहना। चलते चलते मेरे ये गीत याद रखना, कभी अलविदा ना कहना, कभी अलविदा ना कहना। राह में दिल पर बिछड़ जाए कहीं हम अगर, और सुनी सी लगे तुम्हें जीवन की ये डगर। बीच राह में दिल पर चढ़ जाए कहीं हम अगर, और सुनी सी लगे तुम्हें जीवन की ये डगर।
हम लौट आएंगे, तुम यूं ही बुलाते रहना, कभी अलविदा ना कहना, कभी अलविदा ना कहना। चलते चलते मेरे ये गीत याद रखना, कभी अलविदा ना कहना, कभी अलविदा ना कहना। रोते हंसते बस यूं ही तुम गुनगुनाते रहना, कभी अलविदा ना कहना, कभी अलविदा ना कहना। थैंक यू, थैंक यू। थैंक यू विनोद जी, ਤੁਸੀਂ ਵਾਕਈ ਸਮਾਂ ਦਾ बहुत ਜ਼ਬਰਦਸਤ ਗਾਇਕ, बहुत अच्छे कलाकार। और इसे कड़ी ਨੂੰ मैं कंटिन्यू रखते हुए तरसेम जी ਨੂੰ ਬੇਨਤੀ ਕਰੂੰਗਾ कि वो भी जल्दी तो मंच ਤੇ आ जान ताकि वो भी अपनी प्रस्तुति रख सकन। ਮੈਂਬਰ ਜਿਹੜੇ ਕਿ ਸਾਡਾ ਬਾਂਹ ਫੜ ਕੇ ਸਾਨੂੰ ਸਾਧ ਸੰਗਤ ਚਲਾਉਂਦੇ ਨੇ, ਸਾਡੇ ਹਰ ਦੁੱਖ ਸੁੱਖ ਵਿੱਚ ਸਾਥ ਦਿੰਦੇ ਨੇ, ਇਹਨਾਂ ਦਾ ਸਾਥ ਨੂੰ ਤਹਿ ਦਿਲੋਂ ਦਾ ਸ਼ੁਕਰੀਆ ਕਰਦਾ ਹੈ। ਇਸੇ ਤਰ੍ਹਾਂ ਇਹ ਫਲਦੇ ਫੁੱਲਦੇ ਰਹਿਣ, ਤੰਦਰੁਸਤ ਰਹਿਣ, ਖੁਸ਼ਹਾਲ ਰਹਿਣ, ਤਾਂ ਕਿ ਸਾਡੇ ਸਾਰਿਆਂ ਦੀ ਸੇਵਾ ਕਰ ਸਕਣ। तो साध संगत सौंटता है नहीं है, म्यूजिक नहीं है, पर आप जी कबूल करना। हर जर्रे बिच सूरत तेरी, हर पत्ते ते तेरा नाम, इधर उधर चार चफेरे तेरी सूरत तकदा हां। चंदन दे बिच खशबू तू ए, गंगा दे बिच निर्मलता, तू ही तेज है सूरज अंदर, चंदा दे विच शीतलता। कैसी प्रभु तूने कायनात बांधी, कैसी प्रभु तूने कायनात बांधी, एक दिन के पीछे एक रात बांधी, साथ साथ बांधी। कैसी प्रभु, कैसी प्रभु तूने कायनात बांधी, कैसी प्रभु तूने कायनात बांधी, एक दिन के पीछे एक रात बांधी, साथ साथ बांधी। कैसी प्रभु, थकते नहीं वो सूरज के घोड़े, जो तूने सूरज के रथ से जोड़े, थकते नहीं वो सूरज के घोड़े, जो तूने सूरज के साथ है जोड़े। रजनी ब्याहने चला चांद दुल्ला सजा, रजनी साध संगत रात में कहा है, रजनी ब्याहने चला चांद दुल्ला सजा, साथ चंद्रमा के तारों की बारात बांधी। रजनी ब्याहने चला चांद दुल्ला सजा, साथ तारों के तारों की बारात बांधी। कैसी प्रभु, कैसी प्रभु तूने कायनात बांधी, एक दिन के पीछे एक रात बांधी, साथ साथ बांधी। कैसी प्रभु, थकते नहीं वो सूरज के घोड़े, जो तूने सूरज के रथ से जोड़े। जीव जंतु वे जलचर चौपाए, तूने सबके ही जोड़े बनाए। जीव जंतु वे जलचर चौपाए, तूने सबके ही जोड़े बनाए। राग और रागनी, नाग और नागनी, राग और रागनी, नाग और नागनी, सात पुरुष के तू स्त्री की जात बांधी। सात पुरुष के हो, सात पुरुष के तू स्त्री की जात बांधी। कैसी प्रभु, कैसी प्रभु तूने कायनात बांधी, एक दिन के पीछे एक रात बांधी, साथ साथ बांधी। कैसी प्रभु, भोले बाबा है सब तेरी माया,
धरती कण कण में तू ही समाया, भोले बाबा है सब तेरी माया, जल के कण कण में तू ही समाया, बता जल में भी तू बता थल में भी तू, ओ मेरी संतों संग प्रीत की है डोर बांधी, कैसी प्रभु तूने कायनात बांधी, एक दिन के पीछे एक रात बांधी, साथ साथ बांधी। प्यार से बोलिए साडी सारिਆਂ ਦੀ ਐਸੋਸੀਏਸ਼ਨ जिंदाबाद। ਥੈਂਕ ਯੂ ਤਰਸੇਮ ਜੀ, ਵਾਕਈ ਤੁਸੀਂ ਇਸ ਨੂੰ ਧਾਰਮਿਕਤਾ ਦੀ ਪੁੱਟ ਦੇ ਕੇ ਸਾਨੂੰ ਉਸ ਸਰਵ ਸ਼ਕਤੀਮਾਨ ਪਰਮਾਤਮਾ ਨਾਲ ਜੋੜਿਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਦੋਸਤੋ, ਜਿਸ ਤਰ੍ਹਾਂ ਪਹਿਲਾਂ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ NFL ਨੇ ਰੀਸੈਂਟਲੀ PRP ਦੇ ਸੰਬੰਧ ਵਿੱਚ ਇੱਕ ਪੋਰਟਲ ਲਾਂਚ ਕੀਤਾ ਹੈ। ਮੈਂ ਉਹਨੂੰ ਰਿਪੀਟ ਕਰਨ ਲੱਗਿਆ ਕਿਉਂਕਿ ਨਵੀਂ ਚੀਜ਼ ਹੈ, ਸਾਰਿਆਂ ਦੀ ਜਾਣਕਾਰੀ पर होनी जरूरी है और इस करके और भी ज़्यादा जरूरी है क्योंकि उसनों हरेक इंडिविजुअल ही वो अटेंड कर पाएगा, इंडिविजुअली उन्होंने ऑपरेट करना पेगा। ये हरेक की मजबूरी है। ये एसोसीएशन उन्होंने गाइड तो कर सकती है, एजुकेट तो कर सकती है, बट ऑपरेट उसनों आप ही अल्टीमेटली करना पैना है। तो दोस्तों, मैं उसनों जिस तरह पहला शुरू किया सी, ਦੁਬਾਰੇ ਤੋਂ ਥੋੜੀ ਜਾਣਕਾਰੀ ਵਾਸਤੇ ਨਵੇਂ ਸਿਰੇ ਤੋਂ ਦੱਸਣ ਲੱਗਿਆ ਕਿ ਨੈਸ਼ਨਲ ਫਰਟੀਲਾਈਜ਼ਰਸ ਲਿਮਿਟਡ.in ਸਾਈਟ ਖੋਲ੍ਹਣੀ ਹੈ, ਜੋ ਕਿ NFL ਦੀ ਆਫੀਸ਼ੀਅਲ ਸਾਈਟ ਹੈ। ਉਹ ਖੋਲ੍ਹ ਕੇ ਜਦੋਂ ਖੁੱਲ੍ਹ ਜਾਏਗੀ ਤੇ ਆਪਣਾ NFL ਦੀ ਸਾਈਟ ਤਕਰੀਬਨ ਮੇਰੇ ਖਿਆਲ ਜਿੰਨੇ ਇੱਥੇ ਸਾਥੀ ਬੈਠੇ ਆ ਸਾਰੇ ਪੜ੍ਹੇ ਲਿਖੇ, ਆਪਾਂ ਸਾਰਿਆਂ ਨੇ ਖੋਲ੍ਹੀ ਹੋਣੀ ਹੈ, ਕਈ ਵਾਰ ਖੋਲ੍ਹੀ ਹੋਣੀ ਹੈ, ਕਈ ਵਾਰ ਉਸ 'ਚ ਕੰਮ ਵੀ ਕੀਤਾ ਹੋਣਾ। ਤੇ ਉਹ ਸਾਈਟ ਜਦੋਂ ਖੁੱਲ੍ਹਦੀ ਹੈ, ਉਹ ਸਭ ਤੋਂ ਪਹਿਲਾਂ ਇੱਕ ਐਡ ਟਾਈਪ ਮੋਦੀ ਜੀ ਦੀ ਫੋਟੋ ਲੱਗੀ ਵੀ ਯੂਰੀਆ ਵਗੈਰਾ ਦੇ ਬਾਰੇ ਉਹ ਜਾਣਕਾਰੀ ਹੈ, ਉਹਨੂੰ ਕਲੋਜ਼ ਕਰ ਦੇਣਾ ਹੈ। ਤੇ ਫਿਰ ਥੱਲੇ ਇੱਕ ਹਰੀ ਪੱਟੀ ਹੁੰਦੀ ਹੈ ਉਸ ਆਪਣੀ ਸਾਈਟ ਦੇ ਉੱਪਰ, ਜਿਹਦੇ ਵਿੱਚ ਰਿਟਾਇਰੀ ਡੈਸਕ ਦੀ ਆਪਸ਼ਨ ਹੈ। ਠੀਕ ਹੈ, ਧਿਆਨ ਨਾਲ ਸੁਣ ਲੈਣਾ, ਆਪਣੇ ਆਪ ਚਲਾਉਣੀ ਪੈਣੀ ਹੈ ਇਹ ਦੋਸਤੋ, ਕਿਉਂਕਿ ਸਾਰਿਆਂ ਦੀ ਜੋ ਈਮੇਲ ਆਈਡੀ ਹੈ ਆਪ ਹੀ ਉਹਦੇ 'ਚ ਕੰਮ ਕਰਨਾ ਪੈਣਾ। ਇਹ ਸਾਡੀ ਮਜਬੂਰੀ ਨਹੀਂ ਹੈ, ਇਹ ਜ਼ਰੂਰਤ ਹੈ ਇਸ ਟਾਈਮ ਦੀ PRP ਵਾਸਤੇ, ਜੋ ਸਾਨੂੰ ਆਪਣਾ ਇਸ ਸਿਸਟਮ ਨਾਲ ਜੁੜਨਾ ਹੈ ਅਤੇ ਸਿੱਖਣਾ ਵੀ ਪੈਣਾ ਹੈ। ਅਤੇ ਅਸੀਂ ਉਸੇ ਕੜੀ ਨੂੰ ਅੱਗੇ ਵਧਾਉਣ ਵਾਸਤੇ, ਤੁਹਾਨੂੰ ਐਜੂਕੇਟ ਕਰਨ ਵਾਸਤੇ ਇਹ ਬਾਰ-ਬਾਰ ਦੱਸ ਰਹੇ ਹਾਂ ਕਿ ਨੈਸ਼ਨਲ ਫਰਟੀਲਾਈਜ਼ਰਸ ਲਿਮਿਟਡ.in ਸਾਈਟ ਖੋਲ੍ਹੋ। NFL ਦੀ ਸਾਈਟ ਖੁੱਲ੍ਹੇਗੀ, ਜੋ ਖੁੱਲ੍ਹਦੇ ਸਾਰ ਇੱਕ ਐਡ ਦੀ ਆਪਣਾ ਆਪਸ਼ਨ ਆਏਗੀ, ਉਹਨੂੰ ਬੰਦ ਕਰੋ। ਥੱਲੇ ਹਰੀ ਪੱਟੀ ਦੇ ਵਿੱਚ ਰਿਟਾਇਰੀ ਡੈਸਕ ਦੀ ਆਪਸ਼ਨ ਆਏਗੀ, ਉਸ ਨੂੰ ਟਿਕ ਕਰੋ, ਉਹਨੂੰ ਆਪਰੇਟ ਕਰੋ। ਉਸ ਤੋਂ ਬਾਅਦ ਇਮੀਡੀਏਟਲੀ ਇੱਕ ਹੋਰ ਪੋਰਟਲ ਖੁੱਲ੍ਹੇਗਾ, ਜਿਹਦੇ ਉੱਪਰ ਖੁੱਲ੍ਹਦੇ ਸਾਰ ਹੀ ਜਿਸ ਦਿਨ ਤੁਸੀਂ ਆਪਰੇਟ ਕਰ ਰਹੇ ਹੋ ਉਸ ਦਿਨ ਰਿਟਾਇਰੀਜ਼ ਦੇ ਜਨਮ ਦਿਨ ਦੀ ਆਪਣਾ ਇੱਕ ਮੈਸੇਜ ਟਾਈਪ, ਮਤਲਬ ਉਸ 'ਚ ਮੈਸੇਜ ਆਏਗਾ ਕਿ ਜਿਨ੍ਹਾਂ ਦਾ ਮੈਂ ਉਸ ਦਿਨ ਰਿਟਾਇਰੀਆਂ ਦਾ ਜਾਂ ਸੇਵਾ ਨਿਵਰਤ ਸਾਥੀਆਂ ਦਾ ਜਨਮ ਦਿਨ ਫਾਲ ਕਰਦਾ ਹੋਏਗਾ, ਉਹਨਾਂ ਦੀ ਡਿਟੇਲ ਹੋਏਗੀ, ਨਾਮ, ਨੰਬਰ, ਡੇਟ ਔਰ ਕਿਸ ਯੂਨਿਟ ਤੋਂ ਰਿਟਾਇਰ ਹੋਇਆ ਹੈ। ਥੱਲੇ ਜਿਸ ਤਰ੍ਹਾਂ ਲੌਗਇਨ ਕਰੋਗੇ ਤੁਹਾਨੂੰ ਆਪਣਾ ਜੋ ਰਜਿਸਟਰਡ ਮੋਬਾਈਲ ਨੰਬਰ ਹੈ ਉਹ ਫਿਲ ਕਰਨਾ ਪਏਗਾ ਦਿੱਤੀ ਹੋਈ ਜਗ੍ਹਾ ਦੇ ਵਿੱਚ। ਠੀਕ ਹੈ, ਬਲੌਕ ਆਏਗਾ, ਬਲੌਕ ਦੇ ਵਿੱਚ ਤੁਸੀਂ ਆਪਣਾ ਮੋਬਾਈਲ ਨੰਬਰ ਭਰਨਾ ਹੈ। ਮੋਬਾਈਲ ਨੰਬਰ ਜੇ ਤੁਹਾਡਾ ਉੱਥੇ ਫੀਡ ਹੈ, ਤੁਹਾਡਾ ਡਾਟਾ ਫੀਡ ਕੀਤਾ ਹੋਇਆ NFL ਨੇ, ਫਿਰ ਤੁਹਾਨੂੰ OTP ਭੇਜੇਗਾ। OTP ਦੀ ਕਮਾਂਡ ਹੈ, OTP ਤੁਹਾਡੇ ਮੋਬਾਈਲ ਨੰਬਰ 'ਤੇ ਆਏਗਾ। ਮੋਬਾਈਲ 'ਤੇ OTP ਜੋ ਵੀ ਆਏਗਾ 5 ਡਿਜਿਟ ਜਾਂ 4 ਦਾ, ਅਤੇ ਉਹ ਤੁਹਾਨੂੰ ਉਸ ਉੱਤੇ ਦਿੱਤੇ ਹੋਏ ਖਾਨੇ 'ਚ ਭਰਨਾ ਪਏਗਾ। ਜਿਸ ਤਰ੍ਹਾਂ ਹੀ ਤੁਸੀਂ OTP ਫਿਲ ਕਰੋਗੇ, ਨਾਲ ਦੇ ਨਾਲ ਤੁਹਾਡਾ ਬਾਇਓਡਾਟਾ ਸਾਹਮਣੇ ਆਪਣਾ ਸਕਰੀਨ 'ਤੇ ਆ ਜਾਏਗਾ। ਤੁਹਾਡਾ ਨਾਮ, ਸਪਾਊਸ ਦਾ ਨਾਮ, ਐਮਪਲੋਈ ਨੰਬਰ, किस यूनिट तो रिटायर हुए हो, थोड़ा अपना अकाउंट नंबर, IFSC कोड नंबर इत्यादि इत्यादि। ठीक है, पूरी जानकारी आ जाएगी। जे किसी की जानकारी दे विच कोई गलत उत्थे एंट्री हुई है, चाहे वो अकाउंट नंबर है, एम्पलॉय नंबर है या अपना IFSC कोड नंबर वगैरह से कोई खामी है,
तो ਤੁਸੀਂ ਧਿਆਨਪੂਰਵਕ ਉਹਨੂੰ ਦੇਖੋ ਤੇ ਉਹਨੂੰ ਰੈਕਟੀਫਾਈ ਕਰੋ, ਦੂਰ ਕਰੋ, ਉਹਨੂੰ ਸਹੀ ਕਰਕੇ ਲਿਖ ਦਿਓ ਔਰ ਉਹਨੂੰ ਅਪਡੇਟ ਕਰ ਦਿਓ। ਇਹ ਅਪਡੇਸ਼ਨ ਦੀ ਜ਼ਿੰਮੇਵਾਰੀ ਤੁਹਾਡੀ ਆਪਦੀ ਹੈ, NFL ਦੀ ਨਹੀਂ ਹੈ। ਜੇ ਗਲਤ ਫੀਡ ਹੋਇਆ ਔਰ ਤੁਸੀਂ ਉਹਨੂੰ ਠੀਕ ਨਹੀਂ ਕੀਤਾ ਤੇ ਗਲਤ ਖਾਤੇ ਦੇ ਵਿੱਚ ਹੀ ਪੈਸਾ ਜਾਂਦਾ ਰਹੇਗਾ। ਤੁਸੀਂ ਕਹੋਗੇ ਮੈਨੂੰ ਪੈਸੇ ਨਹੀਂ ਮਿਲੇ OPD ਦੇ, ਉਹ ਪੈਸੇ NFL ਨੇ ਜੋ ਫੀਡਡ ਉਹ ਜਾਣਕਾਰੀ ਹੈ ਉਹਦੇ 'ਚ ਉਹ ਭੇਜਦੇ ਰਹਿਣਗੇ ਤੇ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਵੀ ਪੇਮੈਂਟ ਕਿਸ ਖਾਤੇ ਜਾ ਰਹੀ ਹੈ। ਇਸ ਕਰਕੇ ਉਹ ਜਾਣਕਾਰੀ ਠੀਕ ਕਰਨੀ ਜ਼ਰੂਰੀ ਹੈ ਔਰ ਤੁਸੀਂ ਹੀ ਸਾਰੇ ਕਰੋਗੇ ਉਹਨੂੰ। ਠੀਕ ਹੈ ਸਰ, ਓਕੇ। OPD ਦੀ ਪੇਮੈਂਟ ਜੋ ਹਰ 6 ਮਹੀਨੇ ਬਾਅਦ ਕੈਲੰਡਰ ਈਅਰ ਦੇ ਹਿਸਾਬ ਨਾਲ ਹੁੰਦੀ ਹੈ, ਜਨਵਰੀ ਟੂ ਜੂਨ ਦੀ ਹੁਣ ਹੋਣੀ ਹੈ, ਸਤੰਬਰ ਦੇ ਐਂਡ ਤੱਕ ਹੁੰਦੀ ਸੀ, ਐਤਕੀ ਥੋੜੀ ਜੀ ਲੇਟ ਹੈ। ਅਨऑफिशियल ਤੁਹਾਨੂੰ ਮੈਂ ਦੱਸ ਰਿਹਾ, ਆਫ ਦਾ ਰੋਡ ਦੱਸ ਰਿਹਾ ਕਿ ਥੋੜੀ ਜੀ ਲੇਟ ਹੈ, ਹਫ਼ਤਾ ਕੁ ਲੇਟ ਮਿਲੇਗੀ। ਪਹਿਲਾਂ 26 ਸਤੰਬਰ ਨੂੰ ਲਾਸਟ ਈਅਰ ਆਈ ਸੀ, ਐਤਕੀ ਹੋ ਸਕਦਾ ਹੈ ਫਸਟ ਵੀਕ ਆਫ ਅਕਤੂਬਰ ਦੇ ਵਿੱਚ ਪੇਮੈਂਟ ਖਾਤੇ ਵਿੱਚ ਆਉਣੀ ਸ਼ੁਰੂ ਹੋ ਜਾਏ। ਠੀਕ ਹੈ ਸਰ। TPA ਸੰਬੰਧੀ ਜਾਣਕਾਰੀ, ਬਿੱਲਾਂ ਸੰਬੰਧੀ ਜਾਣਕਾਰੀ ਮੈਂ ਸਾਰਿਆਂ ਨੂੰ ਦੇ ਦਿੱਤੀ ਸੀ। ਮੈਂ ਇਕੱਲਾ ਕਮਰੇ 'ਚ ਰਹਿੰਦਾ ਸੀਗਾ, ਉੱਥੇ ਕੱਪੜੇ ਕੁੱਪੜੇ ਵੀ ਖੁਦ ਧੋਣੇ, ਭਾਂਡੇ ਮਾਂਜਣੇ, ਤੇ ਮੈਂ ਇੱਕ ਵਾਰੀ ਕੱਪੜੇ ਕੁੱਪੜੇ ਸਿਕਾਈ ਜਾਵਾਂ ਬਾਹਰ, ਤੇ ਮੇਰੀ ਪੜੋਸਣ ਕਹਿੰਦੀ ਭਾਜੀ ਤੁਸੀਂ ਵਿਆਹ ਕਿਉਂ ਨਹੀਂ ਕਰਾਉਂਦੇ, ਐਵੇਂ ਔਖੇ ਹੋਈ ਜਾਂਦੇ ਹੋ। ਤੇ ਮੈਂ ਉਹਨੂੰ ਇੱਕੋ ਗੱਲ ਕਹੀ, ਮੈਂ ਕਿਹਾ ਮੇਰੇ ਕੋਲ ਤਾਂ ਆਪਦੇ ਕੱਪੜੇ ਨਹੀਂ ਧੋਤੇ ਆਉਂਦੇ, ਵਿਆਹ ਕਿਹਦੇ ਵਾਸਤੇ ਕਰਾਉਣਾ ਮੈਂ। ਤੇ ਚਲੋ ਮੇਰਾ ਪ੍ਰੋਗਰਾਮ ਬਣ ਗਿਆ ਜੀ। ਤੇ ਫਿਰ ਅਸੀਂ ਕੁੜੀ ਦੇਖਣ ਚਲੇ ਗਏ, ਮੈਂ, ਮੇਰੀ ਮਾਤਾ, ਮੇਰੇ ਪਿਤਾ, ਅਸੀਂ ਕੁੜੀ ਦੇਖਣ ਚਲੇ ਗਏ। ਉਹਨਾਂ ਦੇ ਵੀ ਕੁੜੀ ਦੇ ਵੀ ਮਾਂ ਪਿਓ ਸੀਗੇ। ਅਸੀਂ ਗਏ, ਕੁੜੀ ਦੇਖੀ, ਉਹਨਾਂ ਨੇ ਮੈਨੂੰ ਦੇਖਿਆ ਤੇ ਮਾਂ ਪਿਓ ਦੀ ਆਪਸ ਸਲਾਹ ਬਣ ਗਈ ਵੀ ਚਲੋ ਠੀਕ ਹੈ। ਤੇ ਜਦੋਂ ਸਲਾਹ ਬਣ ਗਈ ਤੇ ਫਿਰ ਉਹ ਕਹਿੰਦੇ ਚਲੋ ਕੁੜੀ ਮੁੰਡਾ, ਮੇਰੀ ਆਪਦੀ ਬੀਤੀ ਗੱਲ ਹੈ ਇਹ 30-35 ਸਾਲ ਪੁਰਾਣੀ, ਤਾਂ ਕਹਿੰਦੇ ਚਲੋ ਕੁੜੀ ਮੁੰਡਿਆਂ ਨੂੰ ਅੱਡ ਬਿਠਾ ਦਿਓ, ਚਲੋ ਗੱਲ ਕਰ ਲੈਂਦੇ ਆ ਕੁੜੀ ਮੁੰਡਾ ਬੈਠ ਕੇ। ਤੇ ਸਾਨੂੰ ਅਲੱਗ ਬਿਠਾਤਾ। ਤੇ ਹੁਣ ਕੀ ਗੱਲ ਕਰੀਏ, ਉਸ ਵਿੱਚ ਦੀ ਉਹ ਚੋਰੀ ਮਾਂ ਪਿਓ ਦੇਖੀ ਵੀ ਜਾਣ, ਵੀ ਦੇਖੀ ਕੀ ਗੱਲਾਂ ਕਰਦੇ ਆ। ਤਾਂ ਮੈਨੂੰ ਉਹ ਕੁੜੀ ਕਹਿੰਦੀ ਵੀਰ ਜੀ ਤੁਸੀਂ ਕਿੰਨੇ ਭੈਣ ਭਰਾ ਹੋ? ਮੈਂ ਕਿਹਾ ਹੁਣ ਤੱਕ ਤਾਂ 7 ਸੀ, ਅੱਜ 8 ਹੋ ਗਏ ਆ। ਚਲੋ ਵਿਆਹ ਹੋ ਗਿਆ। ਤੇ ਮੁੜ ਕੇ ਜਦੋਂ ਵਿਆਹ ਹੋਇਆ ਤੇ ਉਹ ਪੇਕੇ ਚਲੀ ਗਈ। ਪੇਕੇ ਗਈ ਤੇ ਮੈਨੂੰ ਹੁਣ ਚਾਹ ਚੂ ਤਾਂ ਬਣਾਉਣੀ ਨਹੀਂ ਆਉਂਦੀ ਸੀ ਜਮਾਂ ਹੀ। ਮੇਰੇ 5-4 ਯਾਰ ਦੋਸਤ ਸੀ ਸਾਰੇ, ਕਿਸੇ ਨੂੰ ਚਾਹ ਨਹੀਂ ਬਣਾਉਣੀ ਆਉਂਦੀ, ਲੈਣਾ ਨਹੀਂ ਦੇਣਾ ਨਹੀਂ। ਮੈਂ ਚਾਹ ਇੱਕ ਵਾਰ ਰੱਖ ਤਾਂ ਬੈਠਾ ਤੇ ਫਿਰ ਮੈਂ ਫੋਨ ਕਰਕੇ ਪੁੱਛਾਂ ਵੀ ਭਾਈ ਦੱਸ ਤੁਸੀਂ ਚਾਹ ਕਿਵੇਂ ਬਣਾਉਣੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਜਦੋਂ ਚਾਹ, ਮੈਨੂੰ ਨਹੀਂ ਪਤਾ ਕਾਹਦੇ 'ਚ ਬਣਦੀ ਹੈ, ਮੈਂ ਕੁੱਕਰ 'ਚ ਚਾਹ ਰੱਖ ਲਈ। ਤੇ ਮੈਂ ਤੇ ਉਸਨੂੰ ਪੁੱਛਿਆ ਯਾਰ ਕੁੱਕਰ 'ਚ ਚਾਹ ਰੱਖੀਏ, ਕਿੰਨੀਆਂ ਸੀਟੀਆਂ ਵਜਾਉਣੀਆਂ ਇਹਦੀਆਂ, ਕਿੰਨੀਆਂ ਸੀਟੀਆਂ ਲਵਾਉਣੀਆਂ? ਉਹ ਮੇਰਾ ਦੋਸਤ, ਉਹ ਵੀ ਅਨਾੜੀ ਮੇਰੇ ਵਾਂਗੂ, ਉਹ ਕਹਿੰਦਾ ਅਰੋੜਾ ਸਾਹਿਬ ਇੱਕ ਸੀਟੀ ਲੱਗੀ ਹੈ ਬਹੁਤ ਹੈ, ਹੋਰ ਕਾਹਦੇ ਵਾਸਤੇ ਲਾਉਣੀਆਂ ਤੁਸੀਂ ਸੀਟੀਆਂ? ਮੈਂ ਤਾਂ ਗੱਲ ਬਣੀ ਨਹੀਂ। ਤੇ ਮੈਂ ਦੂਜੇ ਬੰਦੇ ਨੂੰ ਫੋਨ ਕੀਤਾ, ਉਹ ਕਹਿੰਦਾ ਬੇਵਕੂਫ, ਕੁੱਕਰ ਛੋਟਾ ਚਾਹ ਬਣਦੀ ਹੈ, ਕੜਾਹੀ 'ਚ ਬਣਦੀ ਹੈ ਚਾਹ। ਮੈਂ ਕੜਾਹੀ 'ਚ ਰੱਖਤੀ ਚਾਹ, ਉਹ 'ਚ ਫਿਰ ਕੋਈ ਗੱਲ ਨਹੀਂ ਬਣੀ। ਫਿਰ ਮੈਂ ਤੀਜੇ ਦੋਸਤ ਨੂੰ ਪੁੱਛਿਆ, ਉਹਦਾ ਨਾਮ ਸੀ ਸੁੰਦਰ ਕਹਿੰਦਾ ਓਏ ਬੇਵਕੂਫਾ, ਚਾਹ ਨੂੰ ਪਹਿਲਾਂ 2 ਘੰਟੇ ਪਾਣੀ 'ਚ ਭਿਓ ਫਿਰ ਬਣੂਗੀ ਚਾਹ। ਸਾਰੇ ਸਿਆਣੇ ਸੀ ਪੂਰੇ। ਮੈਂ ਇੰਨੀ ਭਗਾਈ ਕਰਾਈ ਗਏ। ਉਸ ਤੋਂ ਬਾਅਦ ਇੱਕ ਹੋਰ ਮੇਰਾ ਦੋਸਤ ਥੋੜ੍ਹਾ ਮੇਰੇ ਵਰਗਾ ਸ਼ਰਾਰਤੀ ਸੀ, ਉਹ ਕਹਿੰਦਾ ਤੁਸੀਂ ਚਾਹ ਬੇਟੇ ਇਸ ਤਰ੍ਹਾਂ ਕਰ ਬਾਈ ਜੀ, ਤੂੰ ਖਿੜਕੀ 'ਚ ਖੜ ਕੇ ਨਾ ਇੱਕ ਸੀਟੀ ਮਾਰ, ਤੈਨੂੰ ਪੜੋਸਣ ਆਪਣੇ ਆਪ ਹੀ ਚਾਹ ਦੇ ਜੂਗੀ, ਗੱਲ ਹੀ ਖਤਮ, ਚਾਹ ਬਣਾਉਣ ਦੀ ਲੋੜ ਹੀ ਨਹੀਂ। ਉਹ ਵੀ ਕੋਈ ਗੱਲ ਨਹੀਂ, ਮਾੜੀ ਸੀਟੀ ਕੋਈ ਚਾਹ ਚੋਂ ਨਹੀਂ ਦੇਣ ਆਈ। ਫਿਰ ਮੇਰਾ ਦੋਸਤ ਕਹਿੰਦਾ ਯਾਰ ਭਰਜਾਈ ਗਈ ਹੈ ਪੇਕੇ, ਚਾਹ ਕਾਹਦੇ ਵਾਸਤੇ ਬਣਾਉਣਾ ਬੇਵਕੂਫਾ, ਤੂੰ ਬੋਤਲ ਖੋਲ, ਸੀਟੀ ਅਸੀਂ ਆ ਕੇ ਵਜਾ ਦਾਂਗੇ। ਇਹ ਕਹਾਣੀ ਬਾਣੀ ਸੈੱਟ ਹੋਈ। ਅੱਛਾ, ਉਦੋਂ ਬਾਅਦ ਨੌਕਰੀ 'ਚ ਮੈਂ ਬੜਾ ਪਰੇਸ਼ਾਨ। ਨੌਕਰੀ ਦੇ ਵਿੱਚ ਮੈਂ ਹੌਲੀ ਹੌਲੀ ਪ੍ਰਮੋਸ਼ਨ ਲੈ ਕੇ ਬਣ ਗਿਆ ਮੈਨੇਜਰ, ਬੌਸ। ਮੈਂ ਇੱਕ ਵਾਰੀ ਆਪਦੇ ਸਬੋਰਡੀਨੇਟ ਨੂੰ ਫੋਨ ਕੀਤਾ ਤੇ ਉਹ ਕਿਤੋਂ ਉਹਦੀ ਵਾਈਫ ਨੇ ਚੱਕਿਆ ਹੋਣਾ ਫੋਨ, ਤੇ ਮੈਂ ਸੋਚਿਆ ਵੀ ਵਾਪਸ ਫੋਨ ਆਊਗਾ। ਉਹ ਸਬੋਰਡੀਨੇਟ ਦਾ ਫੋਨ ਆਇਆ ਨਹੀਂ। ਮੈਂ ਉਹਨੂੰ ਵਾਪਸ ਫੋਨ ਕੀਤਾ, ਮੈਂ ਕਿਹਾ ਬੇਵਕੂਫ, ਤੈਨੂੰ ਪਤਾ ਨਹੀਂ ਬੌਸ ਦੀ ਕੀ ਕਦਰ ਹੈ, ਤੈਨੂੰ ਘੱਟੋ ਘੱਟ ਤੈਨੂੰ ਫੋਨ ਤਾਂ ਕਰਨਾ ਚਾਹੀਦਾ ਸੀਗਾ। ਮੈਂ ਤੈਨੂੰ ਫੋਨ ਕੀਤਾ ਸੀ, ਤੇਰੀ ਵਾਈਫ ਨੇ ਚੱਕਿਆ ਸੀ। ਉਹ ਕਹਿੰਦੀ ਵੀ ਕੱਪੜੇ ਧੋਈ ਜਾਂਦੇ ਇਹ, ਕੋਈ ਗੱਲ ਨਹੀਂ ਧੋ ਲਾ ਕੱਪੜੇ, ਕੋਈ ਗੱਲ ਨਹੀਂ, ਸਭ ਕਰ ਇਹ ਹਾਲ ਹੈ, ਪਰ ਤੂੰ ਵਾਪਸ ਤਾਂ ਫੋਨ ਕਰਨਾ ਸੀ ਮੈਨੂੰ। ਉਹ ਕਹਿੰਦਾ ਸਰ ਮੈਂ ਤੁਹਾਨੂੰ ਫੋਨ ਕੀਤਾ ਸੀ, ਤੁਹਾਡੀ ਵੀ ਵਾਈਫ ਨੇ ਚੱਕਿਆ ਸੀ। ਉਹ ਕਹਿੰਦੀ ਭਾਂਡੇ ਮਾਂਜੀ ਜਾਂਦੇ ਆ। ਤੇ ਫਿਰ ਮੈਂ ਕਿਹਾ ਹੁਣ ਕਰਾਂ ਤਾਂ ਕੀ ਕਰਾਂ ਮੈਂ। ਚਲੋ ਇਹ ਜਿਹੀਆਂ ਗੱਲਾਂ ਬਾਤਾਂ ਜਦੋਂ ਹੋਈ ਗਈਆਂ ਨਾ, ਤਾਂ ਉਸ ਤੋਂ ਬਾਅਦ ਕੀ ਹੋਇਆ, ਸਿੱਧੀ ਜੀ ਗੱਲ, ਇੱਕ ਤੈਨੂੰ ਮੇਨ 'ਤੇ ਆਉਣਾ। ਤਾਂ ਵਿਆਹ ਹੋਏ ਨੂੰ ਦੇਰ ਹੋ ਗਈ। ਸਾਡੇ ਇੱਕ ਮੇਡ ਲੱਗੀ ਸੀਗੀ, ਤੇ ਮੇਡ ਨੂੰ ਨਾ ਦੀਵਾਲੀ ਆਈ, ਤੇ ਅਸੀਂ ਸੋਚਿਆ ਵੀ ਚਲੋ ਉਹਨੂੰ ਕੋਈ ਸਾੜੀ ਵਗੈਰਾ ਬਲਾਊਜ਼ ਵਗੈਰਾ ਦੇ ਦਈਏ ਦੀਵਾਲੀ 'ਤੇ। ਮੈਂ ਮਿਸਿਸ ਨੂੰ ਕਿਹਾ ਚਲੋ ਆਪਾਂ ਚੱਲਦੇ ਹਾਂ। ਤੇ ਅਸੀਂ ਦੁਕਾਨ 'ਤੇ ਗਏ, ਉੱਥੇ ਸਾੜੀ ਸੂੜੀ ਦੇਖ ਰਹੇ ਸੀ, ਬਲਾਊਜ਼ ਵੀ ਬਣੇ ਬਣਾਏ ਮਿਲਦੇ ਸੀ। ਤੇ ਮਿਸਿਸ ਕਹਿੰਦੀ ਆਹ ਸਾੜੀ ਲੈ ਦਿਓ। ਮੈਂ ਕਿਹਾ ਤੂੰ ਲੈ ਦੇ ਕਿ ਮੈਨੂੰ ਕੀ ਪੁੱਛਦੀ? ਹਾਂ ਠੀਕ ਹੈ ਲੈ ਦੇ।
ਮੁੜ ਕੇ ਉਹਨੇ ਬਲਾਉਜ਼ ਜਾ ਕੱਢ ਕੇ ਦਿਖਾਤਾ, ਕਹਿੰਦੀ ਫਿਰ ਆਹ ਬਲਾਉਜ਼ ਲੈ ਲਈਏ। ਮੈਂ ਕਿਹਾ ਇਹ ਤਾਂ ਲੱਗਦਾ ਉਹਦੇ ਟਾਈਟ ਹੋਊਗਾ। ਜਦੋਂ ਇੰਨੀ ਗੱਲ ਕਹੀ ਤਾਂ ਘੋੜਾ ਘੋੜਾ ਝੱਕਣ ਲੱਗ ਗਈ ਮੇਰੇ ਵੱਲ। ਮਤਲਬ ਘਰ ਘਰ ਇਹ ਹਾਲ ਹੈ ਵੀ ਸੱਚ ਬੋਲਣ ਦਾ ਫਾਇਦਾ ਨਹੀਂ ਕੁੱਲ ਮਿਲਾ ਕੇ। ਤਾਂ ਬਾਕੀ ਕੁੱਲ ਮਿਲਾ ਕੇ ਮੈਂ ਇੱਕ ਇੰਨੀ ਗੱਲ ਕਹਿਣੀ ਕਿ ਜਿਹੜੀ ਔਰਤ ਹੈ ਨਾ ਉਹ ਪਾਣੀ ਵਰਗੀ ਹੁੰਦੀ ਹੈ ਤੇ ਆਦਮੀ ਹੁੰਦਾ ਮਿੱਟੀ ਵਰਗਾ, ਤੇ ਵਿਆਹ ਤੋਂ ਬਾਅਦ ਨਾ ਜ਼ਿੰਦਗੀ ਚਿੱਕੜੋ ਚਿੱਕੜ ਹੋ ਜਾਂਦੀ ਹੈ। ਥੈਂਕ ਯੂ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਹੋ ਜਾਣ। ਦੋਸਤੋ, ਆਪਣਾ ਗੱਲਾਂ ਬਹੁਤ ਕਰਨ ਵਾਲੀਆਂ ਹੈ, ਆਪਾਂ ਕਾਰਵਾਈ ਥੋੜੀ ਥੋੜੀ ਸ਼ੁਰੂ ਕਰਦੇ ਹਾਂ। ਕ੍ਰੋਸ ਕਰਨ ਜਾ ਰਹੇ ਹਾਂ 1030 ਅਸੀਂ ਮੈਂਬਰਸ਼ਿਪ ਲੋਕਾਂ ਨੂੰ ਦੇ ਚੁੱਕੇ ਹਾਂ। ਸਾਡੇ ਮੈਂਬਰ ਦੀ ਗਿਣਤੀ ਅੱਜ 1030 ਹੋ ਚੁੱਕੀ ਹੈ। ਮੈਂ ਥੋੜਾ ਜਿਹਾ ਪਿੱਛੇ ਜਾਊਂਗਾ ਕਿ ਜਦੋਂ ਮੈਂ ਟੇਕ ਓਵਰ ਕੀਤਾ ਸੀ ਸ਼੍ਰੀ ਬਾਂਸਲ ਜੀ ਤੋਂ ਐਜ਼ ਪ੍ਰੈਜ਼ੀਡੈਂਟ ਆਫ ਦਿਸ ਐਸੋਸੀਏਸ਼ਨ ਬਿਫੋਰ 3 ਇਅਰਸ ਐਗੋ, तो उस टाइम गिनती सिर्फ 107 सी, 107 सी। ये नवंबर 2017 की गल है। तो तीसरी टर्म मेरी एज ए प्रेजिडेंट चल रही है। जो तुम सेवावां मेरे तो ਲਈ जा रहे हो, रात दिन मैनू दबल के रखते हो, ना आप सौंदे ना मैनू सौण देंदे हो, तो उहदा ही ये नतीजा है कि अज आप 1030 ते पहुँचे। तो 923 मैंबर जो है 923 ਮੈਂਬਰ ਨਵੇਂ ਤੁਹਾਡੇ ਇਸ ਦਾਸ ਦੀ ਆਪਣਾ ਕਾਰਗੁਜ਼ਾਰੀ ਦੇ ਵਿੱਚ ਜੁਆਇਨ ਹੋਏ ਹੈ। ਤੇ ਇਹਦੇ ਵਾਸਤੇ ਮੈਂ ਤੁਹਾਡੇ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਆਭਾਰ ਪ੍ਰਗਟ ਕਰਦਾ ਹਾਂ। ਬਹੁਤ ਬਹੁਤ ਤਹਿ ਦਿਲੋਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਤੁਸੀਂ ਮੈਨੂੰ ਸਹਿਯੋਗ ਦਿੱਤਾ ਤਾਂ ਇਹ ਅੰਕੜਾ ਆਪਾਂ ਪ੍ਰਾਪਤ ਕਰ ਸਕੇ, ਛੂ ਸਕੇ। ਦੋਸਤੋ, ਜਦੋਂ ਇਹ ਐਸੋਸੀਏਸ਼ਨ ਖੜੀ ਕੀਤੀ ਸੀ ਕਿਸੇ ਨੇ ਵੀ ਨਹੀਂ ਸੋਚਿਆ ਸੀਗਾ, ਜੋ ਵੀ ਇਹਦੇ ਫਾਊਂਡਰ ਮੈਂਬਰ ਸੀਗੇ, ਕਿ ਵੀ ਅਸੀਂ ਇੰਨਾ ਵੱਡਾ ਵਿਸ਼ਾਲ ਕਾਏ ਇੱਕ ਦਰਖਤ, ਜਿਵੇਂ ਤੁਸੀਂ ਇਹ ਆਪਣਾ ਕੁਰਸੀਆਂ ਦੇ ਪਿੱਛੇ ਦਰਖਤ ਸਾਡਾ ਛੁਪ ਗਿਆ ਹੈਗਾ, ਛੋਟਾ ਸੀ ਵੱਡਾ ਹੋਇਆ ਔਰ ਤੋਂ ਵੱਡਾ ਹੋਇਆ ਅੱਜ ਬਹੁਤ ਵੱਡਾ ਦਰਖਤ, ਬਹੁਤ ਵੱਡੇ ਪੇੜ ਦੇ ਰੂਪ 'ਚ ਵਿਸ਼ਾਲ ਕਾਏ ਪੇੜ ਬਣ ਚੁੱਕਿਆ ਹੈ। ਇਹਦੀ ਸ਼ਾਖਾਵਾਂ ਦੂਰ ਦੂਰ ਤੱਕ ਫੈਲ ਚੁੱਕੀਆਂ ਨੇ। ਹਰੇਕ ਯੂਨਿਟ ਦੇ ਵਿੱਚ ਤੁਹਾਡੇ ਮੈਂਬਰ ਨੇ, ਹਰੇਕ ਆਫਿਸ ਦੇ ਵਿੱਚ ਤੁਹਾਡੇ ਮੈਂਬਰ ਨੇ, चाहे वो यूनिट विजयपुर की होवे, चाहे वो मार्केटिंग का विशाल अपना थोड़ा डिपार्टमेंट होवे, दूर दुराज दे बैठे हुए सिलीगुड़ी तो ला के इधर जम्मू कश्मीर तक थोड़े मैंबर साहिबान की मौजूदगी मौजूद है। किसी भी शहर च फोन कर लो, साड़ा उत्थे NFL का कोई ना कोई रिटायरी थोड़ा मैंबर जरूर मिल जाएगा। ये थोड़े काम नूं देखते हुए, थोड़ी कारगुजारी नूं देखते हुए अपने आप मैंबरशिप आ रही है। पहले सानू कहना पैंदा सी, परसुएड करना पैंदा सी, उन्होंने प्रेरित करना पैंदा सी कि आ जा मित्रा असी एक एसोसीएशन खड़ी की है। बल्कि 10 तरीक नूं ही भेज दिया करूँगा या 11 मॉर्निंग चला जाया करेगा। जे तुसी 25-26 तक भेजोगे तो 27 नूं जाएगा। 27 तो बाद कोई भी सर्टिफिकेट आएगा तो 11 नूं जाएगा, 27 तो बाद नहीं जाएगा। ओके। ਸੋ ਇਹਦੇ ਵਿੱਚ ਸਹਿਯੋਗ ਮੈਂ ਇਹ ਨਹੀਂ ਕਹਾਂਗਾ ਕੱਲੀ ਐਗਜ਼ੀਕਿਊਟਿਵ ਬੋਡੀ ਕੰਮ ਕਰ ਰਹੀ ਆ, ਇੱਕ ਮੈਂਬਰ ਕੰਮ ਕਰ ਰਿਹਾ, ਕਿਉਂਕਿ ਜਦੋਂ ਨਾਲ ਦੇ ਸਾਥੀ ਨੂੰ ਦੱਸੀਦਾ ਕਿ ਕੀ ਫਾਇਦੇ ਆ, ਕੀ ਸਾਨੂੰ ਫੈਸਿਲਿਟੀਜ਼ ਮਿਲਣਗੀਆਂ ਔਰ ਕਿਸ ਤਰ੍ਹਾਂ ਦੀ ਸੇਵਾ ਮਿਲੇਗੀ, ਤਾਂ ਹੀ ਅਸੀਂ ਇੱਥੋਂ ਤੱਕ ਪਹੁੰਚ ਸਕੇ ਹਾਂ। ਸੋ ਹੁਣ ਤੱਕ ਅੱਜ ਤੱਕ ਸਾਡੇ ਜੋ ਹੈ ਕੱਲ ਸਾਡੇ ਕੋਲ 1028 ਮੈਂਬਰ ਸਨ। ਪ੍ਰਧਾਨ ਜੀ ਦਾ ਫੋਨ ਆਇਆ ਕਿ ਨਾਗੀ ਜੀ ਆਪਾਂ ਕੱਲ ਨੂੰ 30 ਕਰਕੇ ਜਾਣਾ ਹੈ। 10 ਨੂੰ ਪਤਾ ਸੀ ਕਿ 2 ਮੈਂਬਰ ਮੇਰੇ ਕੋਲ ਹੈਗੇ ਨੇ, ਪਰ ਇੱਕ ਮੈਂਬਰ ਦੀ ਥੋੜੀ ਪ੍ਰੋਬਲਮ ਟੈਕਨੀਕਲ ਸੀਗੀ ਕਿ ਉਹਦੇ ਹਾਲੇ 58 ਸਾਲ ਦੀ ਉਹ ਏਜ ਨਹੀਂ ਹੋਈ ਸੀ, ਲੇਕਿਨ ਉਹ ਆਫਰ ਕਰ ਰਿਹਾ ਸੀ ਕਿ ਮੈਂ ਮੈਂਬਰ ਬਣਨਾ ਹੈ। ਅੱਜ ਦੀ ਮੀਟਿੰਗ ਤਕਰੀਬਨ ਸਾਰੇ ਸਾਡੇ ਇਤਿਹਾਸ ਦੇ ਵਿੱਚ ਸਭ ਤੋਂ ਸਫਲ, ਜਦੋਂ ਦਾ ਮੈਂ ਮੈਂਬਰ ਬਣ ਕੇ ਕੰਮ ਕਰਨ ਲੱਗਾ ਤੁਹਾਡੇ ਨਾਲ, ਅੱਜ ਦੀ ਮੀਟਿੰਗ ਸਭ ਤੋਂ ਸਫਲ ਮੀਟਿੰਗ ਗਿਣੀ ਜਾ ਸਕਦੀ ਹੈ, ਕਿਉਂਕਿ ਸੈਲੀਬ੍ਰੇਸ਼ਨ ਵੀ ਸੀਗੀ, ਨਾਲ ਸਾਥੀਆਂ ਨੂੰ ਜੋ ਬਹੁਤ ਲੰਬੀ ਰਿਪੋਰਟ ਸੀ ਉਹ ਵੀ ਪ੍ਰਧਾਨ ਜੀ ਨੇ ਦੱਸੀ ਆ। ਕਿਉਂਕਿ ਪ੍ਰਧਾਨ ਜੀ ਨੇ ਇੱਕ ਜੋ ਸ਼ਿਕਵਾ ਕੀਤਾ ਹੈ ਉਹ
ਸਾਡੀ ਬਾਡੀ ਦੇ ਮੈਂਬਰ ਵੀ ਰਹੇ ਨੇ ਇੱਕ ਦੋ ਬੰਦੇ ਜੋ ਹਨ, ਕਿਉਂਕਿ ਜੋ ਨਾਮ ਲੈਣ 'ਚ ਕੋਈ ਹਰਜ ਨਹੀਂ ਆ। ਖੇਮ ਸਿੰਘ ਹੋਣੀ ਪਾਣੀਪਤ ਤੋਂ ਐਸੋਸੀਏਸ਼ਨ ਚਲਾ ਰਹੇ ਨੇ। ਸਾਡੇ ਤੋਂ ਪਹਿਲਾਂ ਦੀ ਉਹਨਾਂ ਦੀ ਐਸੋਸੀਏਸ਼ਨ ਫਾਰਮ ਹੋਈ ਹੋਏਗੀ, ਉਹਨਾਂ ਦੀ ਬਾਅਦ 'ਚ ਹੋਈ ਆ। ਫਿਰ ਵੀ ਅਸੀਂ ਉਹਨਾਂ ਨਾਲ, ਸਾਡੇ ਬੰਦੇ ਉਹਨਾਂ ਨਾਲ ਵੀ ਮੈਂਬਰ 'ਚ ਜੁੜੇ ਹੋਏ ਸਨ, ਪਰ ਹੁਣ ਉਹ ਸਾਡੇ ਵਿੱਚ ਆ ਚੁੱਕੇ ਆ। ਪਰ ਕਿਉਂਕਿ ਅਸੀਂ ਆਪਣੇ ਤਰੀਕੇ ਨਾਲ ਕੰਮ ਕਰ ਰਹੇ ਹਾਂ, ਤੁਸੀਂ ਕੰਮ ਜਾਣਦੇ ਹੋ ਅਸੀਂ ਕਿਵੇਂ ਕਰਦੇ ਹਾਂ। ਸਾਡਾ ਇਹ ਗਿਲਾ ਕਿ ਉਹ ਸਾਡੇ ਉਹਨਾਂ ਦੇ ਮੈਸੇਜ ਸਾਡੇ ਪੋਰਟਲ ਤੇ ਬਿਲਕੁਲ ਨਾ ਪਾਉਣ, ਕਿਉਂਕਿ ਸਾਡਾ ਤਰੀਕਾ ਆਪਣਾ ਕੰਮ ਕਰਨ ਦਾ, ਆਪਣੇ ਸਾਥੀਆਂ ਨੂੰ ਜੋ ਰਿਪੋਰਟ ਹੈ ਅਸੀਂ ਸੱਚੀ ਰਿਪੋਰਟ ਦੇਣੀ ਹੈ। ਜੋ ਦੂਸਰੀ ਐਸੋਸੀਏਸ਼ਨ ਹੈ ਉਹਦਾ ਤਰੀਕਾ ਆਪਣਾ ਹੈ। ਉਹਨਾਂ ਦੀ ਅੱਜ ਤੱਕ ਕੋਈ ਮੀਟਿੰਗ ਨਹੀਂ ਹੋਈ, ਕੋਈ ਜਨਰਲ ਸੈਕਟਰੀ, ਕੋਈ ਕਿਸੇ ਨੂੰ ਕੁਝ ਨਹੀਂ ਪਤਾ। ਉਹ ਕੱਲਾ ਬੰਦਾ ਚਲਾ ਰਿਹਾ, ਕੱਲਾ ਬੰਦਾ ਪੈਸੇ ਮੰਗਦਾ। ਔਰ ਅਸੀਂ ਨਹੀਂ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਕਿੰਨੇ ਪੈਸੇ ਮੰਗਦਾ, ਕੋਈ ਰਸੀਦ ਨਹੀਂ ਕੱਟੀ ਜਾਂਦੀ। ਤੁਸੀਂ ਸਾਰੇ ਜਾਣਦੇ ਹੋ ਪ੍ਰਧਾਨ ਜੀ ਦਾ ਘਰ ਦਫ਼ਤਰ ਬਣਿਆ ਹੋਇਆ। ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਸਾਰਾ ਦਿਨ ਗੇਟਕੀਪਰ ਵੀ ਬਣੇ ਰਹਿੰਦੇ ਨੇ, ਟੈਲੀਫੋਨ ਆਪਰੇਟਰ ਵੀ ਬਣੇ ਰਹਿੰਦੇ ਨੇ, ਔਰ ਇਹਨਾਂ ਦਾ ਪਰਿਵਾਰ ਸਾਰਾ ਦਿਨ ਪਾਣੀ ਪਿਆਉਂਦਾ ਰਹਿੰਦਾ, ਚਾਹ ਪਿਆਉਂਦਾ ਰਹਿੰਦਾ। ਕਿਸੇ ਦਾ ਗ੍ਰੀਵੈਂਸ ਕੋਈ ਵੀ ਕੰਮ ਲੈ ਕੇ ਆਉਂਦਾ, ਅਸੀਂ ਵੀ ਬੈਠੇ ਹੁੰਦੇ ਆ ਉੱਥੇ, ਤੋਂ ਸਾਡੇ ਵੱਲੋਂ ਕਿਸੇ ਕੰਮ 'ਚ ਕਮੀ ਪੇਸ਼ੀ ਆਉਂਦੀ ਆ, ਕਿਉਂਕਿ ਕੰਮ ਕਰਾਂਗੇ ਤੇ ਕਮੀ ਪੇਸ਼ੀ ਵੀ ਹੋ ਸਕਦੀ ਆ। ਉਹ ਸਾਨੂੰ ਤੁਸੀਂ ਦੱਸੋ, ਅਸੀਂ ਬੜੇ ਪਿਆਰ ਨਾਲ ਹੱਲ ਕਰਾਂਗੇ, ਕਿਉਂਕਿ ਅਸੀਂ ਸੇਵਾ ਕਰਨ ਲਈ ਆਏ ਆ। ਅਸੀਂ ਸਮਝਦੇ ਹਾਂ ਕਿ ਅਸੀਂ ਸੇਵਾ ਕਰ ਰਹੇ ਤਾਂ ਸਾਡੀ ਸਿਹਤ ਠੀਕ ਹੈ। ਅਸੀਂ ਸਿਹਤਮੰਦ ਹਾਂ, ਆਪਣੇ ਪਰਿਵਾਰ ਨੂੰ ਦੇਖ ਰਹੇ, ਆਪਣੇ ਸਾਥੀਆਂ ਨੂੰ ਦੇਖ ਰਹੇ, ਆਪਣਾ ਪਰਿਵਾਰ ਹੈ। ਸੋ ਇਹ ਕੰਮ ਤੋਂ ਗਰੇਜ਼ ਕਰਨਾ ਚਾਹੀਦਾ ਹੈ ਕਿ ਦੂਸਰੇ ਜੋ ਐਸੋਸੀਏਸ਼ਨ ਹੈ ਉਹਦੇ ਮੈਸੇਜ ਸਾਡੇ ਐਸੋਸੀਏਸ਼ਨ ਵਾਸਤੇ ਕਨਵੇ ਕੀਤੇ ਜਾਣ। ਇਹਨਾਂ ਗੱਲਾਂ ਤੋਂ ਸਾਨੂੰ ਇਰੀਟੇਸ਼ਨ ਹੁੰਦੀ ਆ, ਕਿਉਂਕਿ ਅਸੀਂ ਹੋਰ ਕੁਝ ਕਹਿਣਾ ਚਾਹੁੰਦੇ ਆ, ਉਹ ਖਾਮ-ਖਾ ਵਿੱਚ ਆਪਣਾ ਪੁਆਇੰਟ ਦੇ ਦਿੰਦੇ ਨੇ। ਉਹਦੇ ਨਾਲ ਸਾਡੇ ਵਿੱਚ ਹੀ ਕੁਝ ਮਤਲਬ ਕਿ ਡਿਫਰੈਂਸ ਹੋ ਸਕਦੇ ਆ। ਸੋ ਇਸ ਕੰਮ ਤੋਂ ਮੈਂ ਉਹਨਾਂ ਸਾਥੀਆਂ ਨੂੰ ਕਹਿਣਾ ਕਿ ਉਹ ਤੁਸੀਂ ਭਾਈ ਪਿਆਰੇ ਹੋ ਸਾਡੇ, ਅਸੀਂ ਤੁਹਾਡੀ ਵੀ ਇੱਜ਼ਤ ਮਾਣ ਕਰਦੇ ਆ, ਤੁਸੀਂ ਵੀ